ਮੇਰੀ ਤਕਦੀਰ ਦੇ ਵਿੱਚ MA ਇੰਗਲਿਸ਼ ਲਿਖੀ ਗਈ ਤੇ ਜਦੋਂ ਮੈਂ MA ਇੰਗਲਿਸ਼ ਕਰ ਲਈ ਆਈ ਵਾਜ਼ ਓਨਲੀ 20 ਇਅਰਸ ਓਲਡ, 20 ਸਾਲਾਂ ਦੀ ਸੀ ਤੇ ਮੈਂ ਇੰਗਲਿਸ਼ ਦੀ ਪ੍ਰੋਫੈਸਰ ਬਣ ਗਈ। ਮੈਂ ਸੱਚੀ ਦੱਸਾਂ, ਮੈਂ ਚਾਹੇ ਪ੍ਰੋਫੈਸਰ ਰਹੀ ਹਾਂ, ਚਾਹੇ ਮੈਂ ਰੇਡੀਓ TV ਐਂਕਰਿੰਗ ਕੀਤੀ ਹੈ, ਮੈਂ ਜਿਹੜਾ ਵੀ ਕੰਮ ਕੀਤਾ ਨਾ ਮੈਂ ਉਹਨੂੰ ਇੰਜੋਏ ਕੀਤਾ। ਮੇਰੇ ਲਈ ਉਹ ਕੋਈ ਗਲ ਪਿਆ ਢੋਲ ਨਹੀਂ ਸੀਗਾ। ਮੇਰੇ ਹਸਬੈਂਡ ਪ੍ਰਿੰਸੀਪਲ ਡਾਕਟਰ VK ਤਿਵਾਰੀ 10 ਅਕਤੂਬਰ 2016 ਨੂੰ ਇਸ ਦੁਨੀਆ ਤੋਂ ਚਲੇ ਗਏ ਅਚਾਨਕ। 8 ਅਕਤੂਬਰ ਤੱਕ ਉਹ ਕਾਰ ਚਲਾ ਰਹੇ ਨੇ, 10 ਅਕਤੂਬਰ ਨੂੰ ਹੈ ਹੀ ਨਹੀਂ। ਮਤਲਬ ਇਟ ਵਾਜ਼ ਸੋ ਸ਼ੌਕਿੰਗ। ਮੈਨੂੰ ਇੱਦਾਂ ਲੱਗਿਆ ਕਿ ਮੇਰੀ ਦੁਨੀਆ ਤਾਂ ਖਤਮ। ਮੈਂ ਬੜੇ ਭਾਵੁਕ ਰੋਲ ਕੀਤੇ ਨੇ, ਪਰ ਮੈਂ ਜ਼ਿੰਦਗੀ 'ਚ ਕਦੇ ਗਲੈਸਰੀਨ ਦਾ ਯੂਜ਼ ਨਹੀਂ ਕੀਤਾ। ਮੇਰੇ ਹਮੇਸ਼ਾ ਅਸਲੀ ਆਂਸੂ ਆਉਂਦੇ ਨੇ। ਮੈਂ ਬੜੀਆਂ ਥਾਵਾਂ ਦੇਖੀਆਂ ਨੇ, ਬੜੇ ਦੂਰ ਦੂਰ ਤੱਕ ਮੈਂ ਬਹੁਤ ਘੁੰਮੀ ਆ, ਪਰ ਜੋ ਪੰਜਾਬ ਦਾ ਸਾਡਾ ਸੱਭਿਆਚਾਰ, ਸਾਡਾ ਖਾਣਾ ਪੀਣਾ, ਸਾਡਾ ਪਹਿਰਾਵਾ, ਜੋ ਗੱਲ ਪੰਜਾਬ 'ਚ ਹੈ ਨਾ, ਉਹ ਕਿਤੇ ਨਹੀਂ। ਜਿਵੇਂ ਫੁੱਲਾਂ ਵਿੱਚੋਂ ਫੁੱਲ ਗੁਲਾਬ ਨਹੀਂ ਸਈਓ, ਉਵੇਂ ਦੇਸਾਂ ਵਿੱਚੋਂ ਦੇਸ ਪੰਜਾਬ ਨਹੀਂ ਸਈਓ। ਸਤਿ ਸ਼੍ਰੀ ਅਕਾਲ ਜੀ, ਮੈਂ ਪੂਜਾ ਸੰਧੂ ਤੇ ਮੇਰੇ ਨਾਲ ਨੇ ਦਵਿੰਦਰ ਮੰਡ ਜੀ। ਗੱਲ ਪੰਜਾਬ ਦੀ ਪ੍ਰੋਗਰਾਮ ਵਿੱਚ ਤੁਹਾਡਾ ਬਹੁਤ-ਬਹੁਤ ਸਵਾਗਤ ਹੈ। ਦਵਿੰਦਰ ਜੀ ਕਿਵੇਂ ਹੋ? ਬਹੁਤ ਵਧੀਆ, ਚੜ੍ਹਦੀ ਕਲਾ, ਠੀਕ ਠਾਕ। ਤੇ ਅੱਜ ਨਾ ਸਾਡੇ ਵਿਹੜੇ ਖਾਸ ਮਹਿਮਾਨ ਆਏ ਨੇ। ਬਿਲਕੁਲ। ਤੇ ਉਹ ਖਾਸ ਮਹਿਮਾਨ ਜਿਨ੍ਹਾਂ ਨੂੰ ਤੁਸੀਂ ਬਚਪਨ ਤੋਂ ਦੇਖਦੇ ਆਏ ਹੋ ਔਰ ਹਜੇ ਤੱਕ ਵੀ ਦੇਖਦੇ ਹੋ। ਦੂਰਦਰਸ਼ਨ ਦਾ ਨਾਮ ਤੁਸੀਂ ਸੁਣਿਆ ਹੈ ਔਰ ਬਹੁਤ ਲੋਕਾਂ ਨੇ ਦੇਖਿਆ ਵੀ ਹੈ। ਸੋ ਦੂਰਦਰਸ਼ਨ ਦੇ ਬਹੁਤ ਪੁਰਾਣੇ ਆਰਟਿਸਟ, ਐਕਟਰ, ਲੇਖਕ ਤੇ ਨਾਲ ਵੌਇਸ ਓਵਰ ਆਰਟਿਸਟ ਵੀ। ਸੋ ਮੈਨੂੰ ਲੱਗਦਾ ਹੈ ਕਿ ਜਿੱਦਾਂ ਹੀ ਤੁਸੀਂ ਉਹਨਾਂ ਨੂੰ ਦੇਖੋਗੇ ਨਾ, ਤੁਹਾਨੂੰ ਨਾਮ ਦੱਸਣ ਦੀ ਵੀ ਲੋੜ ਨਹੀਂ ਪੈਣੀ ਹੈ, ਪਰ ਫਿਰ ਵੀ ਅਸੀਂ ਨਾਮ ਜ਼ਰੂਰ ਦੱਸਾਂਗੇ। ਸੋ ਸਤਿ ਸ਼੍ਰੀ ਅਕਾਲ ਮੈਮ, ਤੁਹਾਡਾ ਬਹੁਤ-ਬਹੁਤ ਸਵਾਗਤ ਹੈ। ਤੇ ਸਾਰੇ ਦਰਸ਼ਕਾਂ ਨੂੰ ਅਸੀਂ ਦੱਸਣਾ ਚਾਹਾਂਗੇ ਅੱਜ ਜਿਹੜੇ ਸਾਡੇ ਵਿਹੜੇ ਦੇ ਵਿੱਚ ਮਹਿਮਾਨ ਪਹੁੰਚੇ ਹੋਏ ਨੇ, ਉਹਨਾਂ ਦਾ ਨਾਮ ਹੈ ਸਰਿਤਾ ਤਿਵਾਰੀ ਜੀ। ਸੋ ਮੈਮ ਬਹੁਤ-ਬਹੁਤ ਸਵਾਗਤ ਹੈ। ਪਹਿਲਾਂ ਤਾਂ ਸ਼ੁਕਰੀਆ ਜੀ, ਬਹੁਤ-ਬਹੁਤ ਸ਼ੁਕਰੀਆ ਜੀ। ਤੇ ਮੈਮ ਇੰਨੇ ਲੰਮੇ ਅਰਸੇ ਤੋਂ ਤੁਸੀਂ ਡਿਊਟੀ ਨਿਭਾ ਰਹੇ ਹੋ। ਇੱਕ ਜਿਹੜਾ ਕਲਾਕਾਰ ਹੁੰਦਾ ਹੈ ਉਹ ਤਾਂ ਹਮੇਸ਼ਾ ਇਹੀ ਚਾਹੁੰਦਾ ਹੈ ਕਿ ਜਦ ਤੱਕ ਮੈਂ ਇਸ ਦੁਨੀਆ ਤੋਂ ਨਾ ਚਲਾ ਜਾਵਾਂ, ਉਦ ਤੱਕ ਮੇਰੀ ਕਲਾ ਜਿਹੜੀ ਉਹ ਮੇਰੇ ਨਾਲ ਰਵੇ ਤੇ ਇਸ ਦੁਨੀਆ ਤੋਂ ਜਾਣ ਤੋਂ ਮਗਰੋਂ ਵੀ ਉਸ ਦੀ ਕਲਾ ਨੂੰ ਯਾਦ ਰੱਖਿਆ ਜਾਵੇ ਤੇ ਉਹ ਤਾਂ ਇੱਕ ਮਹਾਨ ਕਲਾਕਾਰ ਬਣ ਜਾਂਦਾ ਹੈ। ਸੋ ਮੈਨੂੰ ਲੱਗਦਾ ਹੈ ਕਿ ਸਾਡੇ ਤੋਂ ਪਿਛਲੀ ਪੀੜ੍ਹੀ ਵੀ ਤੁਹਾਨੂੰ ਦੇਖਦੀ ਰਹੀ ਹੈ, ਹੁਣ ਵਾਲੀ ਪੀੜ੍ਹੀ ਵੀ ਤੁਹਾਨੂੰ ਦੇਖ ਰਹੀ ਹੈ ਤੇ ਹਾਂ ਜਿਹੜੇ ਅੱਗੇ ਆਉਣਗੇ ਉਹ ਵੀ ਤੁਹਾਨੂੰ ਜ਼ਰੂਰ ਦੇਖਣਗੇ। ਸੋ ਇੰਨਾ ਲੰਮਾ ਸਮਾਂ ਤੁਹਾਡੇ ਕਰੀਅਰ ਦਾ, ਇਸ ਦੇ ਬਾਰੇ ਅਸੀਂ ਅੱਜ ਖੁੱਲ੍ਹ ਕੇ ਗੱਲਬਾਤ ਕਰਾਂਗੇ। ਤੇ ਸਭ ਤੋਂ ਪਹਿਲਾਂ ਸ਼ੁਰੂਆਤ ਤੋਂ ਗੱਲ ਕਰਦੇ ਹਾਂ ਕਿ ਸ਼ੁਰੂ ਤੋਂ ਤੁਸੀਂ ਸੋਚਿਆ ਸੀ ਕਿ ਮੈਂ ਐਂਕਰ, ਐਕਟਰ ਜਾਂ ਫਿਰ ਲੇਖਕ ਬਣਨਾ ਹੈ, ਜਾਂ ਫਿਰ ਕਿਸੇ ਨੂੰ ਦੇਖ ਕੇ ਤੁਹਾਨੂੰ ਲੱਗਾ ਕਿ ਨਹੀਂ ਮੈਨੂੰ ਆਹ ਕੰਮ ਕਰਨਾ ਚਾਹੀਦਾ? ਮੈਨੂੰ ਲੱਗਦਾ ਪੂਜਾ, ਜਿਸ ਦਿਨ ਇਨਸਾਨ ਜਨਮ ਲੈਂਦਾ ਨਾ ਇਸ ਧਰਤੀ ਤੇ, ਉਹਦੀ ਤਕਦੀਰ ਜਿਹੜੀ ਹੈ ਨਾ, ਉਹ ਤਾਂ ਰੱਬ ਉਸੇ ਦਿਨ ਲਿਖ ਦਿੰਦਾ ਆ। ਹਰ ਇਨਸਾਨ ਬਹੁਤ ਕੁਝ ਚਾਹੁੰਦਾ ਹੁੰਦਾ, ਪਰ ਜ਼ਰੂਰੀ ਨਹੀਂ ਕਿ ਉਹਨੂੰ ਉਹ ਸਾਰਾ ਕੁਝ ਮਿਲੇ। ਹਾਲਾਤ ਜ਼ਿੰਦਗੀ ਦੇ ਕੁਝ ਇੱਦਾਂ ਦੇ ਬਣਦੇ ਜਾਂਦੇ ਨੇ ਕਿ ਉਹ ਹਾਲਾਤ ਤੁਹਾਨੂੰ ਕਦੇ ਕੁਝ ਬਣਾ ਦਿੰਦੇ ਨੇ, ਕਦੇ ਕੁਝ ਬਣਾ ਦਿੰਦੇ ਨੇ। ਹੁਣ ਮੈਂ ਜੇ ਆਪਣੀ ਗੱਲ ਕਰਾਂ ਤਾਂ ਮੇਰੇ ਜਿਹੜੇ ਪਾਪਾ ਸੀਗੇ ਉਹ ਫੌਜ ਦੇ ਵਿੱਚ ਸੀਗੇ ਤੇ ਜਦੋਂ ਫੌਜ ਵਿੱਚ ਸੀਗੇ ਤਾਂ 1965 ਦੀ ਜਿਹੜੀ ਲੜਾਈ ਹੋਈ ਨਾ, ਤਾਂ ਪਾਪਾ ਨੂੰ ਬਾਰਡਰ 'ਤੇ ਭੇਜਤਾ ਜੀ। ਫਿਰ ਮੇਰੇ ਮੰਮੀ ਤੇ ਮੇਰਾ ਬ੍ਰਦਰ, ਅਸੀਂ ਤਿੰਨੋਂ ਜਾਣੇ ਨਾ ਆਪਣੇ ਨਾਨਕੇ ਆ ਗਏ ਤੇ ਹਾਲਾਤ ਇੱਦਾਂ ਦੇ ਬਣੇ ਕਿ ਮੇਰੀ ਸਾਰੀ ਜਿਹੜੀ ਐਜੂਕੇਸ਼ਨ ਹੈ ਉਹ ਆਪਣੇ ਨਾਨਕੇ ਰਹਿ ਕੇ ਹੋਈ ਜੀ, ਲੁਧਿਆਣੇ। ਤੇ ਲੁਧਿਆਣੇ ਜਦੋਂ ਮੈਂ 10ਵੀਂ ਪਾਸ ਕੀਤੀ 1970 ਦੇ ਵਿੱਚ, ਫਿਰ ਮੈਂ ਗੌਰਮੈਂਟ ਕਾਲਜ ਲੁਧਿਆਣਾ ਜਿਹੜਾ ਹੈ ਜੁਆਇਨ ਕੀਤਾ। ਉਦੋਂ +2 ਨਹੀਂ ਸੀ ਹੁੰਦੀ, ਪ੍ਰੀ ਯੂਨੀਵਰਸਿਟੀ ਹੁੰਦੀ ਸੀਗੀ ਤੇ ਮੈਂ ਪ੍ਰੀ ਯੂਨੀਵਰਸਿਟੀ ਵਿੱਚ ਐਡਮਿਸ਼ਨ ਲੈ ਲਈ। ਤੇ ਉਸ ਤੋਂ ਬਾਅਦ ਜਦੋਂ ਮੈਂ BA ਦੇ ਵਿੱਚ ਉਸੇ ਕਾਲਜ 'ਚ ਰਹੀ ਤਾਂ ਪ੍ਰੀ ਯੂਨੀਵਰਸਿਟੀ ਵਿੱਚ ਨਾ ਕੰਪਲਸਰੀ ਇੰਗਲਿਸ਼ ਤੋਂ ਇਲਾਵਾ 3 ਸਬਜੈਕਟ ਹੋਰ ਲੈਣੇ ਹੁੰਦੇ ਸੀ, ਮਤਲਬ 4 ਸਬਜੈਕਟ।
ਤੇ ਬੀਏ ਦੇ ਵਿੱਚ ਆ ਕੇ ਇੱਕ ਸਬਜੈਕਟ ਤੁਹਾਡਾ ਛੁੱਟ ਜਾਂਦਾ ਸੀ, ਮਤਲਬ ਇੰਗਲਿਸ਼ ਤੁਸੀਂ ਪੜ੍ਹਨੀ ਹੈ ਤੇ ਨਾਲ 2 ਸਬਜੈਕਟ ਹੋਰ ਹੁੰਦੇ ਸੀਗੇ। ਤੇ ਪ੍ਰੀ ਯੂਨੀਵਰਸਿਟੀ ਵਿੱਚ ਮੇਰੇ ਕੋਲੇ ਮਿਊਜ਼ਿਕ, ਹੋਮ ਸਾਇੰਸ ਤੇ ਇਕਨੋਮਿਕਸ ਸੀਗੇ ਜੀ। ਤੇ ਜਦੋਂ ਮੈਂ ਫਸਟ ਈਅਰ 'ਚ ਆਈ ਬੀਏ ਤਾਂ ਮੈਂ ਇਕਨੋਮਿਕਸ ਛੱਡ ਦਿੱਤੀ। ਪ੍ਰੀ ਯੂਨੀਵਰਸਿਟੀ ਵਿੱਚ ਵੀ ਕਹਿ ਲਓ ਕਿ ਰੋ ਧੋ ਕੇ ਹੀ, ਕਿਉਂਕਿ ਮੇਰੇ ਮਾਸੀ ਜੀ ਇਕਨੋਮਿਕਸ ਦੇ ਪ੍ਰੋਫੈਸਰ ਸੀਗੇ, ਉਹਨਾਂ ਦੇ ਕਹਿਣ ਤੇ ਇਕਨੋਮਿਕਸ ਲੈ ਲਈ, ਪਰ ਮੇਰਾ ਇੰਟਰਸਟ ਉਹਦੇ ਵਿੱਚ ਬਿਲਕੁਲ ਨਹੀਂ ਸੀਗਾ। ਸੋ ਮੇਰੇ ਸਬਜੈਕਟ ਸੀਗੇ ਮਿਊਜ਼ਿਕ ਐਂਡ ਹੋਮ ਸਾਇੰਸ। ਮੇਰੇ ਮਾਮਾ ਜੀ ਜਿਹੜੇ ਸੀ ਨਾ, ਕੋਈ ਵੀ ਰਿਸ਼ਤੇਦਾਰ ਜਾਂ ਕੋਈ ਦੋਸਤ ਮਿੱਤਰ ਘਰ ਆਉਣਾ, ਇੱਕੋ ਹੀ ਗੱਲ, ਆ ਨਾ ਸਾਡੀ ਭਾਣਜੀ ਹੈ, ਇਹ ਨਾ ਦਾਲ ਬਣਾਉਣ ਦੀ ਬੀਏ ਕਰਦੀ ਹੈ। ਹਾਂ, ਦਾਲ ਬਣਾਉਣ ਦੀ, ਮਤਲਬ ਹੋਮ ਸਾਇੰਸ ਹਾਲਾਂਕਿ ਇੰਨੀ ਮਿਹਨਤ ਵਾਲਾ ਸਬਜੈਕਟ ਹੈ, ਪ੍ਰੈਕਟੀਕਲ ਉਹਦੇ 'ਚ ਹੁੰਦਾ। ਇੱਕ ਵਾਰੀ ਸੁਣਿਆ, 2 ਵਾਰੀ ਸੁਣਿਆ, ਥੋੜ੍ਹਾ ਜਿਹਾ ਫਿਰ ਨਾ ਮੈਨੂੰ ਚਿੜ ਜਿਹੀ ਆਉਣ ਲੱਗ ਗਈ ਵੀ ਕੀ ਮਾਮਾ ਜੀ ਮੈਨੂੰ ਅੰਡਰ ਐਸਟੀਮੇਟ ਕਰਦੇ ਨੇ। ਤੇ ਜਦੋਂ ਮੈਂ ਫਿਰ ਬੀਏ ਸੈਕੰਡ ਈਅਰ 'ਚ ਹੋਈ ਨਾ, ਮੈਂ ਇਹ ਦੱਸਣ ਲਈ ਕਿ ਮੈਂ ਪੜ੍ਹ ਵੀ ਸਕਦੀ ਹਾਂ, ਮੈਂ ਆਨਰਸ ਲਏ, ਆਨਰਸ ਇਨ ਇੰਗਲਿਸ਼, ਜਿਹੜੇ ਕਿ ਜ਼ਰੂਰੀ ਨਹੀਂ ਸੀ ਹੁੰਦੇ। ਟਾਵਾਂ ਬੱਚਾ ਜਿਹੜਾ ਹੈ ਲੈਂਦਾ ਸੀ। ਜਦੋਂ ਮੈਂ ਯਾਦ ਹੈ, ਜਦੋਂ ਮੈਂ ਇੰਗਲਿਸ਼ ਦੇ ਆਨਰਸ ਲਏ ਤਾਂ ਪਹਿਲੇ ਦਿਨ ਅਸੀਂ ਸ਼ਾਇਦ 30 ਕੁੜੀਆਂ ਸੀਗੀਆਂ, ਹੌਲੀ ਇੱਕ ਛੱਡਿਆ, ਦੂਜਾ ਛੱਡਿਆ। ਜਿਨ੍ਹਾਂ ਨੇ ਐਗਜ਼ਾਮ ਪਾਸ ਕੀਤਾ ਨਾ, ਉਹ ਤਾਂ ਮੁਸ਼ਕਿਲ ਦੇ ਨਾਲ ਨਾ 6-7 ਹੀ ਰਹਿ ਗਈਆਂ ਸੀਗੀਆਂ, ਹੈ ਨਾ। ਤੇ ਮੈਂ ਕਲੀਅਰ ਕੀਤਾ ਤੇ ਫਿਰ ਮੇਰੀ ਡਿਗਰੀ ਜਿਹੜੀ ਹੈ ਬਣ ਗਈ BA ਆਨਰਸ ਇਨ ਇੰਗਲਿਸ਼। ਹੁਣ ਜਦੋਂ ਆਨਰਸ ਇਨ ਇੰਗਲਿਸ਼ ਕਰ ਲਏ ਤਾਂ ਤੁਸੀਂ MA ਇੰਗਲਿਸ਼ ਦਾ ਤਕਰੀਬਨ ਕੋਈ 25% ਪੜ੍ਹ ਲੈਂਦੇ ਹੋ ਸਿਲੇਬਸ, ਮਤਲਬ ਤੁਹਾਡਾ ਇੱਕ ਬੇਸ ਬਣ ਜਾਂਦਾ ਹੈ ਇੰਗਲਿਸ਼ ਲਿਟਰੇਚਰ ਦਾ। ਹੁਣ ਉਸ ਤੋਂ ਬਾਅਦ ਮੈਂ ਜਦੋਂ MA ਕਰਨੀ ਸੀ, ਮੇਰੇ ਟੀਚਰਸ ਚਾਹੁੰਦੇ ਸੀਗੇ ਕਿ ਮੈਂ MA ਮਿਊਜ਼ਿਕ ਕਰਾਂ ਜਾਂ ਮੈਂ ਕੋਈ ਹੋਰ ਜਿਹੜਾ ਹੈ ਸਬਜੈਕਟ ਦੇ ਵਿੱਚ ਕਰਾਂ, ਪਰ ਮੈਨੂੰ ਉੱਥੇ ਵੀ ਮੇਰੇ ਨਾਨਾ ਜੀ ਨੇ, ਕਿਉਂਕਿ ਉਦੋਂ TV ਨਹੀਂ ਸੀਗਾ ਨਾ, ਦੂਰਦਰਸ਼ਨ, ਲੈ ਤੂੰ ਕੀ ਕਰਨਾ, ਮਿਊਜ਼ਿਕ ਦੀ ਕੀ ਵੈਲਿਊ ਹੈ, ਨਹੀਂ ਤੂੰ MA ਇੰਗਲਿਸ਼ ਕਰ। ਮੈਂ ਜੀ ਫਿਰ ਗਵਰਨਮੈਂਟ ਕਾਲਜ ਲੁਧਿਆਣੇ ਚਲੀ ਗਈ MA ਕਰਨ ਵਾਸਤੇ। ਤੇ ਉਦੋਂ ਕਿਸੇ ਕਾਲਜ 'ਚ ਹੀ ਹੁੰਦੀ ਸੀ MA ਇੰਗਲਿਸ਼, ਸਾਰਿਆਂ 'ਚ ਨਹੀਂ ਸੀ ਹੁੰਦੀ। ਤੇ ਜਦੋਂ ਅਸੀਂ ਉੱਥੇ ਗਏ ਤਾਂ ਉੱਥੇ ਇੱਕ ਪ੍ਰੋਫੈਸਰ ਸਾਹਿਬ ਆਏ ਤੇ ਉਹਨਾਂ ਨੇ ਕਿਹਾ ਕਿ ਜਿਹੜੇ ਸਟੂਡੈਂਟਸ ਨੇ ਇੰਗਲਿਸ਼ ਦੇ ਵਿੱਚ ਆਨਰਸ ਕੀਤੇ ਨੇ, ਉਹ ਇਸ ਬੈਂਚ ਤੇ ਆ ਕੇ ਬੈਠ ਜਾਓ। ਅਸੀਂ ਸੋਚਿਆ ਵੀ ਸ਼ਾਇਦ ਸਾਡੀ ਇੰਟਰਵਿਊ ਪਹਿਲਾਂ ਹੋਊਗੀ, ਹੈ ਨਾ। ਤੇ ਜਦੋਂ ਅਸੀਂ ਉੱਥੇ ਬੈਠ ਗਏ, ਕਹਿੰਦੇ ਜਾਓ ਜਾ ਕੇ ਫੀਸ ਜਮ੍ਹਾਂ ਕਰਾਓ। ਮਤਲਬ ਉਹ ਸੀਗਾ ਵੀ ਇਹਨਾਂ ਨੂੰ ਤਾਂ MA ਇੰਗਲਿਸ਼ ਕਰਵਾਉਣੀ ਹੈਗੀ ਆ। ਤਾਂ ਇਸ ਤਰ੍ਹਾਂ ਮੇਰੀ ਤਕਦੀਰ ਦੇ ਵਿੱਚ MA ਇੰਗਲਿਸ਼ ਲਿਖੀ ਗਈ। ਤੇ ਜਦੋਂ ਮੈਂ MA ਇੰਗਲਿਸ਼ ਕਰ ਲਈ, ਆਈ ਵਾਜ਼ ਓਨਲੀ 20 years old, 20 ਸਾਲਾਂ ਦੀ ਸੀ, ਤੇ ਮੈਂ ਇੰਗਲਿਸ਼ ਦੀ ਪ੍ਰੋਫੈਸਰ ਬਣ ਗਈ। ਕੀ ਬਾਤ ਹੈ, ਮਤਲਬ 20 ਸਾਲ ਦੀ ਉਮਰ ਜੇ ਅੱਜ ਕੱਲ੍ਹ ਅਸੀਂ ਦੇਖੀਏ ਨਾ, ਤੇ ਬੱਚਿਆਂ ਨੂੰ ਇਹੀ ਨਹੀਂ ਪਤਾ ਹੁੰਦਾ ਕਰੀਅਰ ਦੇ ਵਿੱਚ ਕਿ ਅਸੀਂ ਅਗਲਾ ਜਿਹੜਾ ਕਰੀਅਰ ਆ ਚੂਜ਼ ਕੀ ਕਰਨਾ ਹੈ ਨਾ। ਤੇ ਸਾਡੇ ਵੇਲੇ ਨਾ ਪੂਜਾ, ਇੱਕ ਤਾਂ ਇਹ ਸੀਗਾ ਕਿ ਇੱਕ ਕਲਾਸ ਵੀ ਘੱਟ ਸੀਗੀ, +2 ਨਹੀਂ ਸੀ ਹੁੰਦਾ, ਮਤਲਬ MA ਤੱਕ ਜਿੱਦਾਂ ਹੁਣ 17 ਜਮਾਤਾਂ ਹੋ ਜਾਂਦੀਆਂ ਨੇ, ਉਦੋਂ 16 ਹੁੰਦੀਆਂ ਸੀਗੀਆਂ। ਤੇ ਮੈਂ ਤੇ ਮੇਰਾ ਬ੍ਰਦਰ, ਅਸੀਂ 2 ਜਾਣੇ ਆ, ਉਹ ਮੇਰੇ ਤੋਂ 2 ਸਾਲ ਛੋਟਾ ਹੈ। ਤੇ ਮੇਰੇ ਮੰਮੀ ਦੱਸਦੇ ਹੁੰਦੇ ਸੀਗੇ ਵੀ ਤੂੰ ਇੰਨਾ ਬੋਲਦੀ ਹੁੰਦੀ ਸੀ। ਉਦੋਂ ਅਸੀਂ ਨਾ ਮਹਾਰਾਸ਼ਟਰ ਦੇ ਵਿੱਚ ਅਹਿਮਦਨਗਰ, ਮੇਰੇ ਪਾਪਾ ਜਿਹੜੇ ਨੇ ਉੱਥੇ ਪੋਸਟਡ ਸੀਗੇ। ਮੇਰੇ ਬ੍ਰਦਰ ਦਾ ਬਰਥ ਜਿਹੜਾ ਆ ਉਹ ਮਹਾਰਾਸ਼ਟਰ ਦੇ ਅਹਿਮਦਨਗਰ ਦਾ ਹੀ ਹੈ। ਤੇ ਮੰਮੀ ਇਕੱਲੇ ਹੁੰਦੇ ਸੀ, ਕਹਿੰਦੇ ਇੰਨੀਆਂ ਤੂੰ ਗੱਲਾਂ ਕਰਦੀ ਸੀ, ਮਤਲਬ ਸਵਾਲ ਤੇ ਸਵਾਲ ਪੁੱਛੀ ਜਾਣਾ। ਉਹ ਪਤਾ ਨਹੀਂ ਮੰਮੀ ਨੇ ਮੈਨੂੰ ਕਿੱਥੇ ਨਾ ਇੱਕ ਛੋਟਾ ਜਿਹਾ ਕਿਤਾ ਸਕੂਲ ਟਾਈਪ ਉੱਥੇ ਭੇਜਤਾ, ਇਸ ਕਰਕੇ ਵੀ ਇਹ 2-3 ਘੰਟੇ ਨਾ ਘਰੋਂ ਬਾਹਰ ਰਵੇ। ਮੇਰਾ ਸਿਰ ਤਾਂ ਨਹੀਂ ਉਨੀ ਦੇਰ ਖਾਊਗੀ, ਮੈਂ ਕੰਮ ਮੁਕਾ ਲੂੰਗੀ। ਬਸ ਉਹ ਕਹਿ ਲਓ ਕਿ ਉਹ ਜ਼ੁਬਾਨ ਜਿਹੜੀ ਮੇਰੀ ਹੈ ਬਚਪਨ ਤੋਂ ਹੀ ਇੰਨੀ ਤੇਜ਼ ਰੱਬ ਨੇ ਕਰਤੀ ਕਿ ਮੈਂ ਸਾਰੀ ਉਮਰ ਜ਼ੁਬਾਨ ਦਾ ਖੱਟਿਆ ਹੀ ਖਾਧਾ। ਮੈਂ ਜਿੱਦਾਂ ਤੁਸੀਂ ਗੱਲ ਕੀਤੀ ਹੈ ਨਾ, ਪੂਜਾ ਜੀ ਵੀ ਇੱਦਾਂ ਹੀ ਕਹਿੰਦੇ ਹੁੰਦੇ, ਜਿੱਦਾਂ ਨਾ ਇਹਨਾਂ ਨੂੰ ਘਰ ਵੀ ਕਹਿ ਦਿੰਦੇ ਕਿ ਤੂੰ ਬਹੁਤ ਬੋਲਦੀ ਹੈ, ਕਹਿੰਦੇ ਬੋਲਣ ਦੇ ਤਾਂ ਪੈਸੇ ਨਹੀਂ ਹੈ। ਅੱਛਾ, ਫਿਰ ਪ੍ਰੋਬਲਮ ਇਹ ਹੈਗੀ ਹੈ ਕਿ ਪੂਜਾ ਤਾਂ ਸ਼ਾਇਦ ਥੋੜਾ ਜਿਹਾ ਬੋਲ ਕੇ ਚੁੱਪ ਕਰ ਜਾਂਦੀ ਹੋਊਗੀ, ਮੈਂ ਪ੍ਰੋਫੈਸਰ ਰਹੀ ਹਾਂ, 45 ਮਿੰਟ ਤੋਂ ਪਹਿਲਾਂ ਚੁੱਪ ਵੀ ਨਹੀਂ ਹੋ। ਸਹੀ ਗੱਲ ਹੈ, ਇੱਕ ਪ੍ਰੋਫੈਸਰ ਦੇ ਉੱਤੋਂ ਤੁਸੀਂ ਬਾਅਦ ਚ ਐਂਕਰ ਬਣ ਗਏ। ਨਹੀਂ, ਫਿਰ ਉਸ ਤੋਂ ਬਾਅਦ ਨਾ ਮਤਲਬ 20 ਸਾਲਾਂ ਦੀ ਤਾਂ ਮੈਂ ਪ੍ਰੋਫੈਸਰ ਬਣ ਗਈ।
ਤੇ 24 ਸਾਲ ਦੀ ਸੀਗੀ ਜਦੋਂ ਮੇਰਾ ਵਿਆਹ ਹੋਇਆ। ਅੱਛਾ। ਤੇ ਜਦੋਂ ਮੇਰਾ ਵਿਆਹ ਹੋਇਆ, ਮੇਰੇ ਹਸਬੈਂਡ ਇੱਥੇ DAV ਕਾਲਜ ਜਲੰਧਰ ਦੇ ਵਿੱਚ ਉਹਨਾਂ ਦਿਨਾਂ ਵਿੱਚ ਪ੍ਰੋਫੈਸਰ ਸੀਗੇ। ਬਾਅਦ ਦੇ ਵਿੱਚ ਉਸੇ ਕਾਲਜ ਪ੍ਰਿੰਸੀਪਲ ਬਣੇ, ਐਜ਼ ਪ੍ਰਿੰਸੀਪਲ ਰਿਟਾਇਰ ਹੋਏ DAV ਕਾਲਜ ਜਲੰਧਰ ਤੋਂ। ਤੇ ਮੈਂ ਜਿਹੜਾ ਮੇਰਾ ਪਹਿਲਾ ਕਾਲਜ ਸੀ ਨਾ, ਉਹ ਰਾਏਕੋਟ ਸੀਗਾ। ਤੁਸੀਂ ਸ਼ਾਇਦ ਸੁਣਿਆ ਹੋਵੇ, ਕੁੜੀਆਂ ਦਾ ਕਾਲਜ ਸੀਗਾ, ਸਵਾਮੀ ਗੰਗਾ ਗਿਰੀ ਜਨਤਾ ਗਰਲਸ ਕਾਲਜ। ਉੱਥੇ ਮੈਂ 7 ਸਾਲ ਪੜ੍ਹਾਇਆ। ਵਿਆਹ ਤੋਂ ਬਾਅਦ ਵੀ ਮੈਂ 3 ਸਾਲ ਉੱਥੇ ਰਹੀ, ਆਪਣੇ ਪੇਰੈਂਟਸ ਕੋਲ ਰਹਿੰਦੀ ਸੀਗੀ, ਕਿਉਂਕਿ ਨੌਕਰੀ ਛੱਡਣ ਦਾ ਤਾਂ ਸਵਾਲ ਨਹੀਂ ਸੀ ਪੈਦਾ ਹੁੰਦਾ। ਇਹ ਸੀਗਾ ਕਿ ਜਦੋਂ ਵੀ ਮੈਨੂੰ ਕਿਤੇ ਮਿਲ ਜੂਗੀ ਤੇ ਨੈਚੁਰਲੀ ਫਿਰ ਮੈਂ ਇੱਥੇ ਆ ਜਾਊਂਗੀ। ਫਿਰ ਮੈਨੂੰ ਨਾ ਹੁਸ਼ਿਆਰਪੁਰ ਜੌਬ ਮਿਲੀ, ਉੱਥੇ ਮੈਂ 1.25 ਸਾਲ ਪੜ੍ਹਾਇਆ। ਫਿਰ ਮੈਂ ਖਾਲਸਾ ਕਾਲਜ ਗੜਦੀਵਾਲਾ 'ਚ 5 ਸਾਲ ਉੱਥੇ ਪੜ੍ਹਾਇਆ। ਪਰ ਅਖੀਰ ਦੇ ਵਿੱਚ ਮੈਂ 1989 ਦੇ ਵਿੱਚ ਲਾਇਲਪੁਰ ਖਾਲਸਾ ਕਾਲਜ ਮੁੰਡਿਆਂਵਾਲਾ ਜਲੰਧਰ ਉੱਥੇ ਆ ਗਈ ਤੇ ਉੱਥੋਂ ਹੀ ਮੈਂ ਰਿਟਾਇਰ ਹੋਈ 2015 ਦੇ ਵਿੱਚ। ਮਤਲਬ 40 ਸਾਲਾਂ ਦੇ ਵਿੱਚੋਂ ਤੁਸੀਂ ਇਹ ਕਹਿ ਸਕਦੇ ਹੋ ਕਿ ਜਦੋਂ ਮੈਂ ਖਾਲਸਾ ਕਾਲਜ ਇੱਥੇ ਜਲੰਧਰ ਆਈ ਹਾਂ ਤਾਂ ਮੇਰਾ 14 ਸਾਲ ਦਾ ਟੀਚਿੰਗ ਐਕਸਪੀਰੀਅੰਸ ਸੀਗਾ। 26 ਸਾਲ ਮੈਂ ਇਸ ਕਾਲਜ ਦੇ ਵਿੱਚ ਗੁਜ਼ਾਰੇ। ਪਰ ਜਦੋਂ ਮੈਂ ਹੁਸ਼ਿਆਰਪੁਰ ਆ ਗਈ ਸੀਗੀ ਤੇ ਉਦੋਂ ਮੈਂ ਆਪਣੇ ਹਸਬੈਂਡ ਨੂੰ ਕਿਹਾ ਕਿ ਵੀ ਮੈਂ ਤੁਹਾਨੂੰ ਪਿੱਛੇ ਰੋਕ ਰਿਹਾ, ਉਹ ਤੁਹਾਨੂੰ ਕੀ ਕਿਹਾ ਉਹ ਆਪਾਂ ਬ੍ਰੇਕ ਤੋਂ ਬਾਅਦ ਦੇਖਦੇ ਹਾਂ। ਤੇ ਹੁਣ ਇੱਕ ਸਮਾਂ ਜਿਹੜਾ ਹੋ ਗਿਆ ਬ੍ਰੇਕ ਦਾ ਹੋ ਗਿਆ, ਬ੍ਰੇਕ ਤੋਂ ਬਾਅਦ ਫਿਰ ਮਿਲਦੇ ਹਾਂ। ਪ੍ਰੋਗਰਾਮ ਚੱਲ ਰਿਹਾ ਗੱਲ ਪੰਜਾਬ ਦੀ। ਇੱਕ ਵਾਰ ਫਿਰ ਤੋਂ ਸਵਾਗਤ ਹੈ ਸਾਡੇ ਪ੍ਰੋਗਰਾਮ ਗੱਲ ਪੰਜਾਬ ਦੀ ਵਿੱਚ। ਤੇ ਸਾਡੇ ਅੱਜ ਦੇ ਮਹਿਮਾਨ ਨੇ ਸਰਿਤਾ ਤਿਵਾਰੀ ਜੀ। ਮੈਮ, ਜਿੱਥੋਂ ਆਪਾਂ ਗੱਲ ਰੋਕੀ ਸੀ ਕਿ ਕੀ ਕਿਹਾ ਸੀ, ਮੈਨੂੰ ਲੱਗਦਾ ਦੱਸ ਦੇਣਾ ਚਾਹੀਦਾ ਹੁਣ ਕੀ ਕਿਹਾ ਸੀ। ਇਸ ਤਰ੍ਹਾਂ ਹੈ ਕਿ ਮੇਰਾ ਵਿਆਹ 1980 ਵਿੱਚ ਹੋਇਆ ਸੀਗਾ ਤੇ 1980 ਤੋਂ ਬਾਅਦ ਮੈਂ 83 ਦੇ ਵਿੱਚ 83 ਦੇ ਵਿੱਚ ਮੈਂ ਇੱਥੇ ਹੁਸ਼ਿਆਰਪੁਰ ਪੜ੍ਹਾਉਣਾ ਸ਼ੁਰੂ ਕੀਤਾ। ਰਹਿੰਦੇ ਅਸੀਂ ਜਲੰਧਰ ਸੀਗੇ। ਤੇ ਉਦੋਂ ਫਿਰ ਮੈਂ ਆਪਣੇ ਹਸਬੈਂਡ ਨੂੰ ਕਿਹਾ, ਮੈਂ ਕਿਹਾ ਵੀ ਜਦੋਂ ਮੈਂ ਸਟੂਡੈਂਟ ਸੀ ਨਾ ਤਾਂ ਮੈਨੂੰ 2 ਵਾਰੀ ਯੂਥ ਫੈਸਟੀਵਲਸ ਦੇ ਵਿੱਚ ਡਰਾਮਿਆਂ ਦੇ ਵਿੱਚ ਬੈਸਟ ਐਕਟਰੈਸ ਦਾ ਅਵਾਰਡ ਮਿਲਿਆ ਸੀਗਾ। ਅੱਛਾ ਜੀ। ਤੇ ਹੁਣ ਤਾਂ ਮੈਂ ਉਸ ਸ਼ਹਿਰ ਵਿੱਚ ਆ ਗਈ ਹਾਂ ਜਿੱਥੇ ਦੂਰਦਰਸ਼ਨ ਹੈ ਨਾ, ਮੀਡੀਆ ਦਾ ਤਾਂ ਗੜ੍ਹ ਹੈ ਜਲੰਧਰ, ਵੀ ਮੈਂ ਕਰਨਾ ਚਾਹੁੰਦੀ ਹਾਂ। ਤੇ ਮੈਂ ਬਹੁਤ ਖੁਸ਼ਕਿਸਮਤ ਸੀ ਕਿ ਮੇਰੇ ਹਸਬੈਂਡ ਨੇ ਮੈਨੂੰ ਇੰਨਾ ਸਪੋਰਟ ਕੀਤਾ। ਉਹਨਾਂ ਦੇ ਇੱਕ ਦੋਸਤ ਸੀਗੇ ਮੇਰੇ ਹਸਬੈਂਡ ਦੇ, ਤੇ ਉਹਨਾਂ ਦੇ ਉਹ ਦੋਸਤ ਦੇ ਅੱਗਿਓਂ ਦੋਸਤ ਦੂਰਦਰਸ਼ਨ 'ਚ ਸੀਗੇ, ਪ੍ਰੋਡਿਊਸਰ। ਤੇ ਉਹਨਾਂ ਨਾਲ ਗੱਲ ਕੀਤੀ ਤੇ ਉਹ ਮੈਨੂੰ ਨਾ ਲੈ ਗਏ ਜੀ ਦੂਰਦਰਸ਼ਨ। ਡੇਟ ਫਿਕਸ ਕਰ ਲਈ ਕਿ ਇਸ ਦਿਨ ਤੁਸੀਂ ਉਹਨਾਂ ਨੂੰ ਮਿਲਣਾ ਹੈਗਾ। ਉਹ ਜਦੋਂ ਅਸੀਂ ਗਏ ਉੱਥੇ ਤਾਂ ਜ਼ਾਹਿਦ ਮੰਜ਼ੂਰ ਸੀਗਾ ਉਹ ਪ੍ਰੋਡਿਊਸਰ ਦਾ ਨਾਮ। ਉਹਨਾਂ ਨੇ ਮੇਰੇ ਅੱਗੇ ਨਾ ਇੱਕ ਕਾਗਜ਼ ਰੱਖ ਦਿੱਤਾ, ਉਹਦੇ ਵਿੱਚ ਨਾ ਸਿਲੀਲੋਕੀ ਸੀਗੀ। ਸਿਲੀਲੋਕੀ ਸਮਝਦੇ ਨਾ, ਜਦੋਂ ਕੋਈ ਪਾਤਰ ਆਪਣੇ ਆਪ ਦੇ ਨਾਲ ਗੱਲ ਕਰਦਾ ਇਕੱਲਾ। ਤੇ ਉਹ ਰਜ਼ੀਆ ਸੁਲਤਾਨ ਬੇਗਮ ਆਪਣੀ, ਤੁਹਾਨੂੰ ਪਤਾ ਹੈ, ਸ਼ਾਸਕ ਰਹੀ ਹੈ। ਉਹ ਰਜ਼ੀਆ ਦੀ ਜਿਹੜੀ ਸਿਲੀਲੋਕੀ ਸੀ ਨਾ, ਉਹ ਮੈਨੂੰ ਕਹਿੰਦੇ ਤੁਸੀਂ ਆਪਣਾ ਟਾਈਮ ਲਓ, ਇਹਨੂੰ ਯਾਦ ਕਰ ਲਓ ਤੇ ਇਹ ਮੈਨੂੰ ਬੋਲ ਕੇ ਦਿਖਾਓ। ਵਾਹ। ਚਲੋ ਜੀ, ਮੈਂ ਨਾ ਬੋਲ ਕੇ ਦਿਖਾ ਦਿੱਤਾ। ਉਹ ਅੰਦਰ ਤਾਂ ਬੈਠਾ ਹੀ ਸੀਗਾ ਕਲਾਕਾਰ। ਉਹਨਾਂ ਨੇ ਬੜੀ ਤਾਰੀਫ ਕੀਤੀ, ਪਰ ਉਹ ਕਹਿੰਦੇ ਕਿ ਮੈਂ ਹੁਣ ਨਾ ਤੁਹਾਨੂੰ ਮਤਲਬ ਜਿਹੜੇ ਡਾਇਰੈਕਟਰ ਨੇ ਦੂਰਦਰਸ਼ਨ ਦੇ ਉਹਨਾਂ ਨਾਲ ਮਿਲਵਾਊਂਗਾ, ਕਿਉਂਕਿ ਹਾਲੇ ਆਡੀਸ਼ਨ ਤਾਂ ਮੇਰੀ ਹੋਈ ਨਹੀਂ ਸੀਗੀ। ਤੇ ਜਦੋਂ ਮੈਂ ਉੱਥੇ ਗਈ, ਮੈਨੂੰ ਲੈ ਕੇ ਗਏ ਤਾਂ ਉਹ ਬਸ਼ੀਰ ਅਹਿਮਦ ਬੱਟ ਸੀਗੇ ਉਹਨਾਂ ਦਿਨਾਂ ਵਿੱਚ, BA ਬੱਟ। ਤੇ ਉਹ ਬੱਟ ਸਾਹਿਬ ਵੀ ਤੇ ਜ਼ਾਹਿਦ ਮੰਜ਼ੂਰ ਵੀ ਦੋਨੋਂ ਜਾਣੇ ਕਸ਼ਮੀਰੀ ਸੀਗੇ। ਜਿੱਦਾਂ ਮੈਂ ਤੁਹਾਡੇ ਸਾਹਮਣੇ ਬੈਠੀ ਆ ਨਾ, ਏਦਾਂ ਹੀ ਮੈਂ ਬੈਠੀ। ਉਹ ਦੋਨੋਂ ਜਾਣੇ ਨਾ ਕਸ਼ਮੀਰੀ 'ਚ ਗੱਲਾਂ ਕਰੀ ਜਾਣ, ਮੇਰੇ ਕੁਛ ਪੱਲੇ ਨਾ ਪਵੇ ਵੀ ਇਹ ਕਸ਼ਮੀਰੀ ਤਾਂ ਲੈਂਗੁਏਜ ਹੀ ਐਸੀ ਹੈ ਕਿ ਤੁਸੀਂ ਨਹੀਂ ਸਮਝ ਸਕਦੇ ਵੀ ਇਹ ਕੀ ਗੱਲਾਂ ਹੋ ਰਹੀਆਂ ਨੇ। ਤੇ ਜਦੋਂ ਉਹ ਹੋਈ ਗੱਲ ਤੇ ਉਹ ਬਾਅਦ 'ਚ ਕਹਿੰਦੇ कि मिसेस तिवारी आप हमारी जो टेलीफिल्म है लकीरें उसमें काम करोगे। वो हिंदी ਦੇ ਵਿੱਚ ਸੀਗੀ, ਡੇਢ ਕੀ ਪੌਣੇ 2 ਘੰਟੇ ਦੀ ਟੈਲੀਫਿਲਮ ਸੀ। ਤੇ ਮੈਂ ਬੜੀ ਖੁਸ਼ ਹੋਈ, ਹੈ ਨਾ। ਤੇ ਜਦੋਂ ਸਾਡੀ ਸ਼ੂਟਿੰਗ ਸ਼ੁਰੂ ਹੋ ਗਈ, ਸ਼ੂਟਿੰਗ ਦਾ ਤੀਜਾ ਕੁ ਦਿਨ ਹੋਊਗਾ, ਇੱਦਾਂ ਹੀ ਅਸੀਂ लंच ब्रेक ਸੀਗੀ, मैं पूछ लिया उन्होंने तो मैं क्या उस दिन आप जो बातें कर रहे थे भट्ट साहब के साथ मुझे कुछ समझ में नहीं आ रहा था, आप क्या बातें कर रहे थे।
कहते भट्ट साहब कह रहे थे कि इनकी आंखों में बड़ी गहराई है, बड़ी सुंदर है आंखें इनकी, और ये बहुत कुछ बिना कहे भी कह सकती हैं। क्योंकि ਨਾਟਕ ਜਿਹੜਾ ਹੈ ਨਾ ਉਹਦੇ ਵਿੱਚ ਜਦੋਂ ਤੁਸੀਂ ਕੈਰੈਕਟਰ ਨਿਭਾਉਂਦੇ ਹੋ ਤਾਂ ਜਿੰਨੀਆਂ ਗੱਲਾਂ ਤੁਸੀਂ ਬੇਟਾ ਬੋਲ ਕੇ ਕਰਦੇ ਹੋ ਨਾ, ਉਸ ਤੋਂ ਕਿਤੇ ਜ਼ਿਆਦਾ ਗੱਲਾਂ ਤੁਸੀਂ ਆਪਣੀਆਂ ਅੱਖਾਂ ਦੇ ਨਾਲ ਕਰ ਜਾਂਦੇ ਹੋ, ਕਿਉਂਕਿ ਅੱਖਾਂ ਤਾਂ ਜ਼ਿਆਦਾ ਬੋਲਦੀਆਂ ਨੇ। ਨਫ਼ਰਤ, ਪਿਆਰ, ਜਲਨ, ਜਿੰਨੇ ਵੀ ਭਾਵ ਨੇ ਅੱਖਾਂ ਐਕਸਪਲੇਨ ਕਰ ਸਕਦੀਆਂ ਨੇ, ਉਹ ਦੱਸ ਦਿੰਦੀਆਂ ਨੇ। ਤੇ ਮੈਨੂੰ ਬੜਾ ਅੱਛਾ ਲੱਗਿਆ। ਫਿਰ ਉਹ ਜਦੋਂ ਮੈਂ ਟੈਲੀਫਿਲਮ ਕੀਤੀ, ਬਾਅਦ 'ਚ ਤਾਂ ਫਿਰ ਪੁੱਛੋ ਹੀ ਨਾ, ਚੱਲ ਸੋ ਚੱਲ ਰਹੀ। ਤੇ ਮੈਂ ਕੋਈ 350 ਨਾਟਕ ਦੂਰਦਰਸ਼ਨ ਤੇ ਕੀਤੇ, ਤੇ ਮੈਂ ਦੋਨੋਂ ਲੈਂਗੁਏਜਿਸ ਦੇ ਵਿੱਚ, ਮਤਲਬ ਮੇਰੀ ਹਿੰਦੀ ਵੀ ਓਨੀ ਹੀ ਸ਼ੁੱਧ ਹੈ ਜਿੰਨੀ ਪੰਜਾਬੀ। ਮੇਰੀ ਮਾਂ ਬੋਲੀ ਹੈ ਪੰਜਾਬੀ, ਪੜ੍ਹਾਈ ਮੈਂ ਅੰਗਰੇਜ਼ੀ। ਜੀ ਮਤਲਬ ਦੇਖੋ ਤਿੰਨੋਂ ਲੈਂਗੁਏਜ ਜਿਹੜੀਆਂ ਉਹ ਨਾਲ ਨਾਲ ਚੱਲਦੀਆਂ ਰਹੀਆਂ। ਹਾਂ, ਇੰਗਲਿਸ਼ ਮੈਂ ਪੜ੍ਹਾਈ ਕਾਲਜਿਸ ਦੇ ਵਿੱਚ, ਮਾਂ ਬੋਲੀ ਮੇਰੀ ਪੰਜਾਬੀ ਹੈ। ਹਿੰਦੀ ਦਾ ਬੇਸ, ਕਿਉਂਕਿ ਮਾਈ ਫਾਦਰ ਵਾਜ਼ ਇਨ ਆਰਮੀ, ਉਹ ਥਾਂ ਥਾਂ ਦਾ ਘਾਟ ਘਾਟ ਦਾ ਪਾਣੀ ਪੀਤਾ ਹੋਇਆ। ਕਈ ਲੋਕੀ ਮੈਨੂੰ ਪੁੱਛ ਵੀ ਲੈਂਦੇ ਨੇ, ਆਪ ਤਿਵਾਰੀ ਹੋ? ਤਿਵਾਰੀ ਤੋਂ यूपी में ज़्यादा होते हैं, आप यूपी से हो? मैं कह देनी है कि नहीं, मैं तो जी पंजाब से ही हूँ, मेरा तो जन्म भी पंजाब का है। तो ਇੱਦਾਂ ਕਰਦੇ ਕਰਦੇ ਫਿਰ ਮੈਂ ਜਿਹੜਾ ਹੈ ਡਰਾਮੇ ਮੈਂ ਦੂਰਦਰਸ਼ਨ ਤੇ ਪਹਿਲਾਂ ਕੀਤੇ, ਰੇਡੀਓ ਤੇ ਬਾਅਦ ਚ ਗਈ। ਅੱਛਾ ਜੀ। ਹੈ ਨਾ, ਕਈ ਵਾਰੀ ਹੁੰਦਾ ਕਿ ਬੰਦਾ ਰੇਡੀਓ ਤੇ ਪਹਿਲਾਂ ਹੁੰਦਾ ਫਿਰ ਦੂਰਦਰਸ਼ਨ, ਪਰ ਮੈਂ ਇੱਥੇ ਜ਼ਿਆਦਾ ਮੇਰੇ ਲਈ ਉਲਟ ਹੋਇਆ। ਤੇ ਫਿਰ ਰੇਡੀਓ ਤੇ ਵੀ ਮੈਂ ਬਹੁਤ ਪਲੇ ਕੀਤੇ। ਅਤੇ ਐਂਕਰਿੰਗ ਦਾ ਤਾਂ ਇੱਦਾਂ ਸੀਗਾ ਕਿ ਜਦੋਂ ਕਾਲਜਿਸ 'ਚ ਫੰਕਸ਼ਨ ਹੁੰਦੇ ਸੀਗੇ ਤਾਂ ਮੈਂ ਸਾਰੇ ਸਟੇਜ ਮੈਂ ਹੀ ਕੰਡਕਟ ਕਰਦੀ ਸੀਗੀ। ਮੈਨੂੰ ਇੱਦਾਂ ਲੱਗਦਾ ਹੈ ਕਿ ਜਦੋਂ ਤੁਸੀਂ ਪੈਦਾ ਹੁੰਦੇ ਹੋ ਨਾ, ਤਾਂ ਤੁਹਾਡੇ ਇੱਥੇ ਰੱਬ ਉਹ ਸੌਫਟਵੇਅਰ ਪਾ ਕੇ ਹੀ ਭੇਜਦਾ ਹੈਗਾ। ਪਹਿਲਾਂ ਉਹ ਟੈਲੈਂਟ ਦਿੰਦਾ, ਫਿਰ ਉਸ ਟੈਲੈਂਟ ਦੇ ਲਈ ਤੁਹਾਨੂੰ ਮੌਕੇ ਵੀ ਪ੍ਰੋਵਾਈਡ ਕਰਦਾ ਹੈਗਾ। ਅਤੇ ਮੈਨੂੰ ਮਾਣ ਹੈ ਕਿ ਮੈਂ ਸ਼ਾਇਦ ਕੋਈ ਐਸਾ ਮਹਿਕਮਾ ਨਹੀਂ ਹੋਊਗਾ ਜਿਨ੍ਹਾਂ ਲਈ ਮੈਂ ਐਂਕਰਿੰਗ ਨਾ ਕੀਤੀ ਹੋਵੇ, ਚਾਹੇ ਉਹ ਸਪੋਰਟਸ ਡਿਪਾਰਟਮੈਂਟ ਹੈ, ਚਾਹੇ ਉਹ ਐਜੂਕੇਸ਼ਨ ਡਿਪਾਰਟਮੈਂਟ ਹੈ, ਚਾਹੇ ਉਹ ਆਰਮੀ ਹੈ, ਚਾਹੇ ਉਹ ਪੁਲਿਸ ਹੈ, ਚਾਹੇ ਉਹ ਬੈਂਕਸ ਨੇ, ਚਾਹੇ ਉਹ LIC ਹੈ, ਚਾਹੇ ਉਹ ਦੂਰਦਰਸ਼ਨ 'ਤੇ ਹੀ ਹੈ। ਜਿੱਦਾਂ ਤੁਸੀਂ ਮੇਰੀ ਇੰਟਰਵਿਊ ਲੈ ਰਹੇ ਹੋ, ਮੈਂ ਵੀ ਬੜਿਆਂ ਦੀ ਲਈ ਹੈਗੀ ਹੈ। ਜੇ ਜਾਣਾ ਪ੍ਰਦੇਸ਼ ਵਗੈਰਾ, ਇੱਦਾਂ ਦੇ ਕਈ ਇੱਦਾਂ ਦੇ ਪ੍ਰੋਗਰਾਮ ਕੀਤੇ ਜਿਹਦੇ 'ਚ ਮੈਂ ਮਤਲਬ ਐਂਕਰਿੰਗ ਕਰਦੀ ਸੀ। ਸੋ ਐਂਕਰਿੰਗ ਤੇ ਨਾਟਕ ਇਹ ਨਾਲ ਦੀ ਨਾਲ ਚੱਲੇ ਗਏ, ਅਤੇ ਮੈਨੂੰ ਲੱਗਦਾ ਇਹਨਾਂ ਦੋਨਾਂ ਦਾ ਇੱਕ ਅਨਿੱਖੜਵਾਂ ਅੰਗ ਨੇ ਦੋਨੋਂ। ਹੁਣ ਤੁਸੀਂ ਐਂਕਰਿੰਗ ਕਰ ਰਹੇ ਹੋ, ਪਰ ਮੈਨੂੰ ਲੱਗਦਾ ਤੁਸੀਂ ਵੀ ਨਾਟਕ ਕਰ ਰਹੇ ਹੋ। ਮੈਂ ਨਾਟਕ ਵੀ ਕਰਦੀ ਰਹੀ, ਕਿਉਂਕਿ ਬੇਸਿਕਲੀ ਤਾਂ ਇਹ ਹੈ ਕਿ ਤੁਸੀਂ ਆਪਣੇ ਜਿਹੜੇ ਮਨ ਦੇ ਭਾਵ ਨੇ ਉਹਨਾਂ ਨੂੰ ਕਿੱਦਾਂ ਪ੍ਰਗਟ ਕਰਦੇ ਹੋ, ਕਿੱਦਾਂ ਤੁਸੀਂ ਆਪਣੇ ਦਿਲ ਦੀਆਂ ਗੱਲਾਂ ਲੋਕਾਂ ਤੱਕ ਤੁਸੀਂ ਆਪਣਾ ਪਹੁੰਚਾਉਂਦੇ ਹੋ, ਇਹ ਮੈਟਰ ਕਰਦਾ ਹੈਗਾ। ਠੀਕ ਹੈ ਜੀ। ਉਹੀ ਗੱਲ ਹੈ ਨਾ ਕਿ ਆਮ ਇਨਸਾਨ ਵੀ ਐਕਟਿੰਗ ਤਾਂ ਕਰਦਾ ਹੀ ਹੈ, ਘਰ ਦੇ ਵਿੱਚ ਵੀ ਤੁਸੀਂ ਐਕਟ ਤਾਂ ਕਰਦੇ ਹੋ, ਪਰ ਕਲਾਕਾਰ ਦੇ ਹਿੱਸੇ ਇੱਕ ਵੱਖਰੀ ਚੀਜ਼ ਆਉਂਦੀ ਹੈ ਕਿ ਉਹ ਆਪਣੇ ਐਕਸਪ੍ਰੈਸ਼ਨ ਨੂੰ ਚੰਗੀ ਤਰ੍ਹਾਂ ਦਿਖਾ ਸਕਦਾ ਹੈ। ਗੱਲ ਇਹ ਹੈ ਕਿ ਜੇ ਆਪਾਂ ਸੋਚੀਏ ਨਾ, ਆਪਣਾ ਪਿੱਛੇ ਬੰਦਾ ਬਣਿਆ ਕਿੱਥੋਂ? ਬਾਂਦਰਾਂ ਤੋਂ ਬਣਿਆ ਨਾ। ਸਭ ਤੋਂ ਜ਼ਿਆਦਾ ਨਕਲ ਉਹ ਕਰਦੇ ਨੇ। ਬੱਚਾ ਸਿੱਖਦਾ ਕਿੱਥੋਂ ਹੈ? ਨਕਲ ਕਰਕੇ। ਮਾਂ ਕਹਿੰਦੀ ਹੈ ਕਿ ਮਾਮਾ, ਬੱਚਾ ਲਿਪ ਰੀਡ ਨਹੀਂ ਕਰਦਾ ਮਾਮਾ। ਅਸੀਂ ਸਿੱਖਦੇ ਹੀ ਸਾਰਾ ਕੁਝ ਅਸੀਂ ਨਕਲ ਤੋਂ ਆ, ਹੈ ਨਾ। ਇਸ ਕਰਕੇ ਮੈਨੂੰ ਲੱਗਦਾ ਹੈ ਕਿ ਨਾਟਕ ਤਾਂ ਹਰ ਇਨਸਾਨ ਜਿਸ ਦਿਨ ਵੀ ਉਹ ਪੈਦਾ ਹੁੰਦਾ ਹੈ, ਉਹਦਾ ਬੈਠਣਾ ਉੱਠਣਾ ਬੋਲ ਚਾਲ ਉਹਦਾ ਨਾਟਕ ਸ਼ੁਰੂ ਹੋ ਜਾਂਦਾ ਹੈ ਨਾ। ਤੇ ਇੱਕ ਨਾਟਕ ਮੈਂ ਇਹ ਕਹੂੰਗੀ ਕਿ ਜਿੰਨੇ ਵੀ ਸਾਡੇ ਆਰਟ ਹੈਗੇ ਨੇ ਨਾ, ਕਲਾਵਾਂ ਨੇ, ਉਹਨਾਂ 'ਚੋਂ ਇਹ ਸੰਪੂਰਨ ਕਲਾ ਆ ਜਿਹਦੇ ਵਿੱਚ ਮਿਊਜ਼ਿਕ, ਡਾਂਸ, ਫਾਈਨ ਆਰਟਸ ਸਾਰਾ ਕੁਛ ਆ ਜਾਂਦਾ ਹੈ। ਹੁਣ ਦੇਖਿਆ ਜਾਵੇ ਤਾਂ ਜੇ ਆਪਾਂ ਪਿੱਛੇ ਚੱਲੀਏ ਤਾਂ ਕਿਸੇ ਟਾਈਮ ਤੇ ਰਾਮਲੀਲਾ ਮੰਚਨ ਹੁੰਦਾ ਸੀ ਰਾਮ ਜੀ ਦਾ, ਉਹਦੇ ਵਿੱਚ ਕੀ ਹੁੰਦਾ ਸੀਗਾ, ਲੋਕੀ ਦੇਖਦੇ ਸੀ। ਉਦੋਂ ਹਾਲੇ ਨਾ ਟੈਲੀਵਿਜ਼ਨ ਆਇਆ ਨਾ ਰੇਡੀਓ ਆਇਆ ਹੈਗਾ। ਉਹੀ ਚੀਜ਼ ਸੁਧਰਦੀ 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 ਕਿਵੇਂ ਉਹ ਨਾਟਕ ਜਿਹੜਾ ਹੈ ਉਹ ਬਣਦਾ ਰਿਹਾ। ਅਰਿਸਟੋਟਲ ਜਦੋਂ ਗੱਲ ਕਰਦਾ ਨਾ ਹਿਸਟਰੀ ਆਫ ਡਰਾਮਾ, ਉਹ ਡਿਟੇਲ 'ਚ ਗੱਲਾਂ ਸਮਝਾਉਂਦਾ ਹੈਗਾ। ਕਿਉਂਕਿ ਜਦੋਂ ਤੁਸੀਂ ਨਾਟਕ ਕਰਦੇ ਹੋ ਨਾ, ਉਦੋਂ ਫਿਰ ਇਹ ਸਰਿਤਾ ਤਿਵਾੜੀ ਹੈ ਨਾ, ਇਹ ਸਟੂਡੀਓ ਤੋਂ ਬਾਹਰ ਰਹਿ ਜਾਂਦੀ ਹੈ। ਉਦੋਂ ਮੈਂ ਉਹ ਕੈਰੈਕਟਰ ਬਣ ਜਾਂਦੀ ਆ, ਉਹ ਪਾਤਰ ਬਣ ਜਾਂਦੀ ਆ। ਉਹ ਜਿਹੜਾ ਮੈਨੂੰ ਜਿਹਦੀ ਮੈਂ ਗੱਲ ਕੀਤੀ ਨਾ, ਮੇਰਾ ਪਹਿਲਾ ਪਲੇ ਜਿਹੜਾ ਸੀਗਾ ਲਕੀਰੇ,
ਮੈਨੂੰ ਯਾਦ ਹੈ ਮੈਂ ਪਹਿਲੇ ਦਿਨ ਜਦੋਂ ਮੇਕਅਪ ਰੂਮ ਦੇ ਵਿੱਚ ਗਈ, ਉਹਦੇ ਵਿੱਚ ਮੇਰਾ ਮੇਨ ਰੋਲ ਸੀਗਾ। ਉਹਦੇ ਵਿੱਚ ਮੈਂ ਇੱਕ ਐਸੀ ਔਰਤ ਆ, ਪਹਿਲੀ ਗੱਲ ਤਾਂ ਉਹ ਵਿਡੋ ਹੈ, ਵਿਧਵਾ ਆ, ਦੂਸਰੀ ਗੱਲ ਉਹ ਦਲਿਤ ਹੈ, ਤੀਸਰੀ ਗੱਲ ਇਹ ਹੈ ਕਿ ਜਿੰਨੇ ਵੀ ਪਿੰਡ ਦੇ ਵੱਡੇ ਵੱਡੇ ਬੰਦੇ ਨੇ ਉਹਨਾਂ ਦੀਆਂ ਨਜ਼ਰਾਂ ਵਿੱਚ ਖਟਕਦੀ ਹੈ। ਖਟਕਦੀ ਇਸ ਕਰਕੇ ਹੈ ਕਿਉਂਕਿ ਉਹ ਆਪਣੀ ਬੇਟੀ ਨੂੰ ਪੜ੍ਹਾਉਣਾ ਚਾਹੁੰਦੀ ਹੈ। ਤੇ ਜਦੋਂ ਮੇਰਾ ਮੇਕਅਪ ਹੋ ਰਿਹਾ ਸੀਗਾ ਨਾ, ਤਾਂ ਮੇਕਅਪ ਮੈਨ ਕਮਲਜੀਤ ਜੀ ਹੁੰਦੇ ਸੀਗੇ। ਉਹ ਕੌਫੀ ਵਰਗੀ ਕੋਈ ਚੀਜ਼ ਸੀਗੀ, ਉਹ ਸਾਰਾ ਮੇਰੇ ਚਿਹਰੇ ਤੇ ਕਰਕੇ ਨਾ ਉਹਨਾਂ ਨੇ ਡਾਇਰੈक्टर साहब ਨੂੰ ਦਿਖਾਇਆ ਕਿ अब ठीक है। नहीं नहीं मिसेस तिवारी अभी भी आप गोरे लग रहे हो। हाँ, मेरा पात्र जो है वो काला है। दलित औरत का नाले एक पिंड दी है ना। ते फिर ਉਹਨਾਂ ਨੇ ਉਹ ਕਾਫੀ ਜਿਹੀ ਹੋਰ ਮਲ ਦਿੱਤੀ। ਮਤਲਬ ਇੱਕ ਤਾਂ ਹੁੰਦਾ ਨਾ ਵੀਟੀ ਕਣਕ ਵੰਨਾ ਰੰਗ, ਇੱਕ ਹੁੰਦਾ ਥੋੜਾ ਜਿਹਾ ਉਸ ਤੋਂ ਵੀ ਡਾਰਕ ਕਲਰ, ਉਸ ਤੋਂ ਵੀ ਡਾਰਕ। ਮਤਲਬ ਜਦੋਂ ਮੈਂ ਘਰ ਜਾ ਕੇ ਨਹਾਉਂਦੀ ਸੀਗੀ ਨਾ, ਉਹ ਕਾਲਾ 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 ਉਤਰਦਾ ਸੀਗਾ। ਤਾਂ ਨੈਚੁਰਲੀ ਫਿਰ ਉਦੋਂ ਮੈਂ ਹੁਣ ਤੁਹਾਨੂੰ ਇੱਕ ਬੜੀ ਬਹੁਤ ਹੀ ਛੋਟੀ ਜਿਹੀ ਪਰ ਬੜੀ ਮੀਨਿੰਗਫੁਲ ਗੱਲ ਮੈਂ ਤੁਹਾਨੂੰ ਸੁਣਾਉਣੀ ਆ। ਲਾਇਲਪੁਰ ਖਾਲਸਾ ਕਾਲਜ ਦੇ ਵਿੱਚ ਜਦੋਂ ਮੈਂ ਪੜ੍ਹਾਉਂਦੀ ਸੀ ਨਾ, ਤਾਂ ਸਾਡੇ ਇੱਕ 4th ਕਲਾਸ ਇੰਪਲੋਈ ਸਫਾਈ ਕਰਮਚਾਰੀ ਸੀਗੀ, ਬਚਨੀ ਸੀਗਾ ਉਹਦਾ ਨਾਮ, ਤੇ ਬੜਾ ਹੀ ਪੱਕੇ ਰੰਗ ਦੀ ਸੀ। ਤੇ ਮੈਂ ਇੱਕ ਪਲੇ ਕੀਤਾ ਮੋਹ ਜਾਲ, 4 ਕਿਸ਼ਤਾਂ ਦੇ ਵਿੱਚ ਉਹ ਚੱਲਿਆ। ਉਹਦਾ ਹਸਬੈਂਡ ਵੀ ਸਾਡੇ ਕਾਲਜ ਦੇ ਵਿੱਚ ਹੀ ਉਹ ਲੈਬ ਅਸਿਸਟੈਂਟ ਸੀਗਾ। ਅਸੀਂ ਇੱਕ ਦਿਨ ਨਾ ਇੱਦਾਂ ਹੀ ਕੁਛ ਲੇਡੀਜ਼ ਅਸੀਂ ਬੈਠੀਆਂ ਸੀਗੀਆਂ, ਉਹ ਆ ਕੇ ਸਾਡੇ ਕੋਲੇ ਬਹਿ ਗਈ। ਉਹਦੀ ਇੱਕ ਅੱਖ ਵੀ ਥੋੜ੍ਹੀ ਜਿਹੀ ਇੱਦਾਂ ਹੀ ਸੀਗੀ, ਤੇ ਆ ਕੇ ਕਹਿੰਦੀ, ਮੈਡਮ ਜੀ ਰਾਤੀ ਨਾ ਮੈਂ ਤੁਹਾਡਾ ਡਰਾਮਾ ਦੇਖਿਆ। ਮੈਂ ਅਮਰਨਾਥ ਨੂੰ ਕਿਹਾ, ਉਹਦੇ ਹਸਬੈਂਡ ਦਾ ਨਾਮ ਅਮਰਨਾਥ ਸੀਗਾ, ਮੈਂ ਅਮਰਨਾਥ ਨੂੰ ਕਿਹਾ, ਦੇਖ ਮੈਡਮ ਬਿਲਕੁਲ ਮੇਰੇ ਵਰਗੀ ਲੱਗਦੀ ਹੈ। ਉਹ ਸਾਰੇ ਬਾਕੀ ਦੇ ਮੈਡਮਸ ਮੇਰੇ ਉਹ ਸਾਰੇ ਹੱਸ ਪਏ। ਮੈਂ ਉਹਨਾਂ ਨੂੰ ਕਿਹਾ, ਮੈਂ ਕਿਹਾ ਦਿਸ ਇਜ਼ ਦਾ ਬੈਸਟ ਕੰਪਲੀਮੈਂਟ ਜਿਹੜਾ ਮੈਨੂੰ ਮਿਲਿਆ ਵੀ ਜੇ ਇਹ ਔਰਤ ਇਹ ਕਹਿ ਰਹੀ ਹੈ ਕਿ ਇਹ ਮੈਡਮ ਮੇਰੇ ਵਰਗੇ ਲੱਗਦੇ ਨੇ, ਦੈਟ ਮੀਨਸ ਮੈਂ ਉਸ ਪਾਤਰ ਨਾਲ ਪੂਰਾ ਕਨੈਕਟ ਹੋ ਮੈਂ ਉਹਦੇ ਨਾਲ ਜਸਟਿਸ ਕੀਤਾ। ਯੈਸ, ਉਹਦੇ 'ਚ ਮੈਂ ਪਾਥੀਆਂ ਪੱਥ ਰਹੀ ਹਾਂ, ਮੈਂ ਪਾਥੀਆਂ ਦੀ ਟੋਕਰੀ ਚੱਕ ਕੇ ਬੀਹੀ ਦੇ ਵਿੱਚ ਤੁਰੀ ਫਿਰਦੀ ਹੈਗੀ ਆ, ਟੋਟਲ ਪੇਂਡੂ ਔਰਤ, ਰਾਈਟ। ਮੋਹ ਜਾਲ ਦੀ ਮੈਂ ਗੱਲ ਕਰ ਰਹੀ ਹਾਂ। ਤੇ ਜਦੋਂ ਤੁਹਾਨੂੰ ਇੱਕ ਆਮ ਬੰਦਾ ਕਹਿੰਦਾ ਵੀ ਦੇਖ ਅਮਰਨਾਥ ਮੈਡਮ ਮੇਰੇ ਵਰਗੀ ਲੱਗਦੀ ਹੈ, ਤਾਂ ਮਜ਼ਾ ਆਉਂਦਾ ਕਿ ਮੈਨੂੰ ਏਦਾਂ ਲੱਗਿਆ ਕਿ ਇਹ ਮੈਨੂੰ ਬੈਸਟ ਕੰਪਲੀਮੈਂਟ। ਮੈਮ ਗੱਲਾਂ ਬਾਤਾਂ ਬਹੁਤ ਨੇ ਸਾਡੇ ਤੋਂ ਕਰਨ ਵਾਸਤੇ, ਤੁਹਾਡੇ ਕੈਰੀਅਰ ਦੀਆਂ ਹੋਰ ਵੀ ਗੱਲਾਂ ਬਾਤਾਂ ਕਰਾਂਗੇ, ਪਰ ਸਮਾਂ ਇੱਥੇ ਇੱਕ ਬ੍ਰੇਕ ਤਾਂ ਹੋ ਗਿਆ। ਬ੍ਰੇਕ ਤੋਂ ਬਾਅਦ ਫਿਰ ਮਿਲਦੇ ਹਾਂ। ਪ੍ਰੋਗਰਾਮ ਚੱਲ ਰਿਹਾ ਗੱਲ ਪੰਜਾਬ ਦੀ। ਬ੍ਰੇਕ ਤੋਂ ਬਾਅਦ ਇੱਕ ਵਾਰ ਫਿਰ ਤੋਂ ਸਵਾਗਤ ਹੈ ਪ੍ਰੋਗਰਾਮ ਗੱਲ ਪੰਜਾਬ ਦੇ ਵਿੱਚ। ਤੇ ਅੱਜ ਸਾਡੇ ਨਾਲ ਖਾਸ ਮਹਿਮਾਨ ਜੁੜੇ ਹੋਏ ਨੇ। ਜਦੋਂ ਵੀ ਨਾ ਮੈਂ ਮੈਮ ਨੂੰ ਦੇਖਦੀ ਸੀ ਤੇ ਹਮੇਸ਼ਾ ਮੇਰੇ ਦਿਲ 'ਚ ਇੱਕ ਗੱਲ ਆਉਂਦੀ ਹੁੰਦੀ ਸੀ ਕਿ ਕਾਸ਼ ਮੇਰੇ ਕੋਲ ਨਾ ਖੁੱਲਾ ਟਾਈਮ ਹੋਵੇ ਤੇ ਮੈਂ ਮੈਮ ਦੇ ਨਾਲ ਬੈਠ ਕੇ ਬਹੁਤ ਸਾਰੀਆਂ ਗੱਲਾਂ ਕਰਾਂ, ਕਿਉਂਕਿ ਇਹਨਾਂ ਨੂੰ ਸੁਣਨਾ ਮੈਨੂੰ ਬਹੁਤ ਪਸੰਦ ਸੀ। ਸੋ ਅੱਜ ਰੱਬ ਵੱਲੋਂ ਹੀ ਉਹ ਮੌਕਾ ਮੈਨੂੰ ਮਿਲਿਆ ਕਿ ਸਟੂਡੀਓ ਵਿੱਚ ਬੈਠਣ ਦਾ ਤਾਂ ਮੌਕਾ ਮਿਲਿਆ, ਪਰ ਉਸ ਤੋਂ ਇਲਾਵਾ ਵੀ ਅਸੀਂ ਹੋਰ ਬਹੁਤ ਸਾਰੀਆਂ ਗੱਲਾਂ ਬਾਤਾਂ ਕੀਤੀਆਂ ਨੇ ਤੇ ਹੁਣ ਅਕਸਰ ਕਰਦੇ ਰਵਾਂਗੇ। ਮੈਨੂੰ ਨਾ ਇੱਕ ਗੱਲ ਯਾਦ ਆ ਗਈ ਵੀ ਤੁਸੀਂ ਕਿਹਾ ਨਾ ਕਿ ਤੁਹਾਨੂੰ ਤਾਂ ਬੋਲਣ ਦਾ ਮੌਕਾ ਨਹੀਂ ਮਿਲ ਰਿਹਾ, ਮੈਂ ਹੀ ਬੋਲੀ ਜਾ ਰਹੀ ਹਾਂ। ਇੱਕ ਵਾਰੀ ਨਾ ਮੇਰੀ ਫੁੱਲ ਪੇਜ ਦੀ ਇੰਟਰਵਿਊ ਛਪੀ ਪੰਜਾਬੀ ਦੇ ਅਖਬਾਰ ਵਿੱਚ, ਨਵਾਂ ਜ਼ਮਾਨਾ ਵਿੱਚ, ਤੇ ਉਹਦੇ ਵਿੱਚ ਨਾ 10 ਸਵਾਲ ਪੁੱਛਿਆ, ਉਹਦਾ ਜਵਾਬ, ਤੇ ਏਦਾਂ ਇੱਕ ਸਵਾਲ ਉਹਦਾ ਜਵਾਬ, ਫਿਰ ਅਗਲਾ ਸਵਾਲ, ਫਿਰ ਉਹਦਾ ਜਵਾਬ, ਫਿਰ ਤੀਜੇ ਤੇ ਜਾ ਕੇ ਉਹਨੇ ਲਿਖਿਆ ਮੈਨੂੰ ਬੋਲਣ ਦਾ ਮੌਕਾ ਹੀ ਨਹੀਂ ਦਿੱਤਾ, ਫਿਰ ਜਵਾਬ ਉਹ ਮੈਂ ਸਾਂਭ ਕੇ ਰੱਖਿਆ। ਫਿਰ ਉਸ ਤੋਂ ਬਾਅਦ ਅੱਗੇ ਜਾ ਕੇ ਫਿਰ ਮੈਨੂੰ ਬੋਲਣ ਦਾ, ਮੈਨੂੰ ਸਵਾਲ ਕਰਨ ਦਾ ਮੌਕਾ ਹੀ ਨਹੀਂ ਦਿੱਤਾ। ਮਤਲਬ ਕਿ ਸਾਰੇ ਜਵਾਬ ਪਤਾ ਹੀ ਹੁੰਦਾ ਹੈ ਕਿ ਗੱਲ ਕੀ ਕਰਨੀ ਹੈ। ਨਹੀਂ, ਉਹ ਗੱਲ ਇਹ ਹੈਗੀ ਹੈ ਕਿ ਜਿਹੜਾ ਇੱਕ ਪ੍ਰੋਫੈਸਰ ਹੁੰਦਾ ਨਾ, ਉਹ ਤਾਂ ਵੈਸੇ ਹੀ 45 ਮਿੰਟ ਤੋਂ ਪਹਿਲਾਂ ਚੁੱਪ ਨਹੀਂ ਕਰਦਾ ਹੈ ਨਾ। ਪਰ ਮੈਂ ਸੱਚੀ ਦੱਸਾਂ, ਮੈਂ ਚਾਹੇ ਪ੍ਰੋਫੈਸਰ ਰਹੀ ਹਾਂ, ਚਾਹੇ ਮੈਂ ਰੇਡੀਓ TV ਐਂਕਰਿੰਗ ਕੀਤੀ ਹੈ, ਮੈਂ ਜਿਹੜਾ ਵੀ ਕੰਮ ਕੀਤਾ ਨਾ,
ਮੈਂ ਉਹਨੂੰ ਇੰਜੋਏ ਕੀਤਾ। ਮੇਰੇ ਲਈ ਉਹ ਕੋਈ ਗਲ ਪਿਆ ਢੋਲ ਨਹੀਂ ਸੀਗਾ, ਮੇਰੇ ਲਈ ਉਹ ਐਸਾ ਢੋਲ ਸੀ ਜਿਹਨੂੰ ਮੈਂ ਹੱਸ ਕੇ ਵਜਾਇਆ। ਜੇ ਮੈਂ ਟੀਚਿੰਗ ਕੀਤੀ ਹੈ ਤਾਂ ਜੇ ਮੇਰੇ ਸਟੂਡੈਂਟਸ ਆ ਕੇ ਕਹਿੰਦੇ ਨੇ ਕਿ ਮੈਡਮ ਤੁਹਾਡੇ ਪੀਰੀਅਡ ਦਾ ਪਤਾ ਹੀ ਨਹੀਂ ਲੱਗਦਾ, ਤਾਂ ਮੈਨੂੰ ਬੜਾ ਚੰਗਾ ਲੱਗਦਾ ਸੀ। ਤੇ ਤੁਹਾਨੂੰ ਇਹ ਵੀ ਮਤਲਬ ਖੁਸ਼ੀ ਹੋਏਗੀ ਇਹ ਜਾਣ ਕੇ ਕਿ ਲਾਇਲਪੁਰ ਖਾਲਸਾ ਕਾਲਜ ਦੇ ਬਹੁਤ ਜ਼ਿਆਦਾ ਇੰਨੇ ਜ਼ਿਆਦਾ ਮੈਂ ਕਿਹਾ ਉਹ ਵਿਦਿਆਰਥੀ ਕੈਨੇਡਾ ਦੇ ਵਿੱਚ ਬੈਠੇ ਨੇ, ਹੈ ਨਾ, ਬਾਕੀ ਮੁਲਕਾਂ 'ਚ ਵੀ ਬੈਠੇ ਨੇ। ਤੁਹਾਨੂੰ ਪਤਾ ਹੈ ਕਿ ਪੰਜਾਬ ਦੇ ਵਿੱਚ ਤਾਂ ਬਹੁਤ, ਜਦੋਂ ਮੇਰੇ ਤੋਂ ਪੜ੍ਹਦੇ ਹੁੰਦੇ ਸੀ ਮੈਂ ਪੁੱਛ ਲੈਣਾ ਉਹਨਾਂ ਤੋਂ ਵੀ ਬੇਟਾ ਤੁਹਾਡਾ ਏਮ ਕੀ ਹੈ ਜ਼ਿੰਦਗੀ, ਮੈਡਮ ਜੀ ਅਸੀਂ ਕੈਨੇਡਾ ਜਾਣਾ, ਮੈਡਮ ਜੀ ਬਾਹਰ ਜਾਣਾ, ਪੰਜਾਬੀ ਤਾਂ ਹੀ ਹਾਂ ਬਾਹਰ ਜਾਣਾ। ਫਿਰ ਮੈਂ ਕਈ ਵਾਰੀ ਪੁੱਛ ਵੀ ਲੈਣਾ ਵੀ ਫਿਰ ਇੱਥੇ ਕਿਉਂ ਆਏ ਹੋ, ਇੱਥੇ ਪੜ੍ਹਦੇ ਕਿਉਂ? ਉਹ ਮੈਡਮ ਜੀ ਥੋੜ੍ਹੀ ਨਾ ਅੰਬੈਸੀ ਦੇ ਵਿੱਚ ਆਰਾਮ ਹੋ ਜਾਂਦਾ ਵੀ ਅਸੀਂ ਸਟੂਡੈਂਟ ਹੈਗੇ ਆ, ਹੈ ਨਾ, ਨੈਚੁਰਲੀ ਤੁਸੀਂ ਸਟੂਡੈਂਟ ਹੋ ਤਾਂ ਇੱਕ ਤੁਹਾਡਾ ਪਲੱਸ ਪੁਆਇੰਟ ਹੈ। ਨਾਲੇ ਕਹਿ ਲਓ ਮੈਂ ਇੰਗਲਿਸ਼ ਪੜ੍ਹਾਉਂਦੀ ਸੀਗੀ ਤੇ ਮਾੜੀ ਮੋਟੀ ਇੰਗਲਿਸ਼ ਬੋਲਣੀ ਵੀ ਸਿੱਖ ਜਾਂਦੇ ਸੀਗੇ, ਕਿਉਂਕਿ ਬਾਹਰਲੇ ਮੁਲਕ 'ਚ ਜਾ ਕੇ ਜੇ ਤੁਹਾਨੂੰ ਬਿਲਕੁਲ ਇੰਗਲਿਸ਼ ਨਹੀਂ ਆਉਂਦੀ ਫਿਰ ਤਾਂ ਤੁਸੀਂ ਕੰਮ ਹੀ ਨਹੀਂ ਕਰ ਸਕਦੇ। ਤਾਂ ਹੀ ਤਾਂ ਤੁਹਾਨੂੰ ਆਈਲਸ ਕਲੀਅਰ ਕਰਨੀਆਂ ਪੈਂਦੀਆਂ ਨੇ, ਤਾਂ ਹੀ ਤੁਸੀਂ ਉੱਥੇ ਜਾਂਦੇ ਹੈਗੇ ਹੋ। ਤੇ ਮੈਂ ਆਪਣੀ ਉਸ ਕਹਿ ਲਓ ਟੀਚਿੰਗ ਨੂੰ ਵੀ ਤੇ ਆਪਣੀ ਅਦਾਕਾਰੀ ਨੂੰ ਵੀ ਉਹਨੂੰ ਮੈਂ ਜਿਹੜਾ ਹੈ ਇੰਜੋਏ ਕੀਤਾ। ਬਾਕੀ ਤੁਸੀਂ ਜਿਹੜੀ ਗੱਲ ਕੀਤੀ ਸੀ ਲੇਖਕ ਦੀ, ਮੈਂ ਸੱਚੀ ਦੱਸਦੀ ਹਾਂ ਨਾ ਹੀ ਮੈਨੂੰ ਕਦੇ ਪਤਾ ਸੀਗਾ ਕਿ ਮੈਂ ਲੇਖਕ ਬਣੂਗੀ, ਕਿਵੇਂ ਬਣ ਗਈ ਇਹ ਵੀ ਮੇਰੇ ਹਾਲਾਤ ਸੀਗੇ। ਬਹੁਤ ਸਾਰੇ ਬੰਦਿਆਂ ਨੂੰ ਤਾਂ ਇਹ ਗੱਲ ਪਤਾ ਹੈ, ਸ਼ਾਇਦ ਕਈਆਂ ਨੂੰ ਨਹੀਂ ਪਤਾ ਹੋਏਗੀ। ਮੇਰੇ ਹਸਬੈਂਡ ਪ੍ਰਿੰਸੀਪਲ ਡਾਕਟਰ VK ਤਿਵਾਰੀ 10 ਅਕਤੂਬਰ 2016 ਨੂੰ ਇਸ ਦੁਨੀਆ ਤੋਂ ਚਲੇ ਗਏ ਅਚਾਨਕ। 8 ਅਕਤੂਬਰ ਤੱਕ ਉਹ ਕਾਰ ਚਲਾ ਰਹੇ ਨੇ, 10 ਅਕਤੂਬਰ ਨੂੰ ਹੈ ਹੀ ਨਹੀਂ। ਮਤਲਬ ਇਟ ਵਾਜ਼ ਸੋ ਸ਼ੌਕਿੰਗ। ਮੈਨੂੰ ਇੱਦਾਂ ਲੱਗਿਆ ਕਿ ਮੇਰੀ ਦੁਨੀਆ ਤਾਂ ਖਤਮ, ਅਤੇ ਮੈਨੂੰ ਇੱਦਾਂ ਲੱਗਦਾ ਸੀਗਾ ਕਿ ਹੁਣ ਮੈਂ ਸ਼ਾਇਦ ਜੀ ਵੀ ਨਹੀਂ ਪਾਊਂਗੀ। ਮਤਲਬ ਤਿਵਾੜੀ ਸਾਹਿਬ DAV ਤੋਂ ਰਿਟਾਇਰ ਹੋ ਕੇ ਫਿਰ ਉਹ ਪੰਜਾਬੀ ਯੂਨੀਵਰਸਿਟੀ ਦੇ ਯੂਨੀਵਰਸਿਟੀ ਕਾਲਜ ਚੁੰਨੀ ਕਲਾਂ ਉੱਥੇ ਐਜ਼ ਫਾਊਂਡਰ ਪ੍ਰਿੰਸੀਪਲ ਬਣ ਕੇ ਗਏ। 3 ਸਾਲ ਉੱਥੇ ਰਹੇ ਪ੍ਰਿੰਸੀਪਲ। ਉਸ ਤੋਂ ਬਾਅਦ ਫਿਰ ਆ ਗਏ। ਫਿਰ ਉਹ ਚਾਹੁੰਦੇ ਸੀਗੇ ਕਿ ਮੈਂ ਜਲੰਧਰ ਦੇ ਵਿੱਚ ਆਪਣਾ ਇੱਕ ਕੋਚਿੰਗ ਇੰਸਟੀਟਿਊਟ ਖੋਲ੍ਹਾਂ ਜਿੱਥੇ ਮੈਂ ਆਇਲਸ ਦੀ ਤਿਆਰੀ ਜਾਂ ਬੱਚਿਆਂ ਨੂੰ ਜਿਹੜਾ ਹੈ ਕੰਪੀਟੀਸ਼ਨ ਦੇ ਲਈ ਉਹਨਾਂ ਦੀ ਇੰਟਰਵਿਊ ਦੀ ਤਿਆਰੀ ਕਰਾਵਾਂ। ਅਚਾਨਕ ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਵਾਈਸ ਚਾਂਸਲਰ ਬਰਾੜ ਸਾਹਿਬ ਦਾ ਫੋਨ ਆ ਗਿਆ 2016 ਵਿੱਚ ਕਿ ਤਿਵਾੜੀ ਸਾਹਿਬ ਤੁਸੀਂ ਕੀ ਕਰ ਰਹੇ ਹੋ? ਅਤੇ ਕਹਿੰਦੇ ਕਿ ਮੈਂ ਹੁਣ ਆ ਗਿਆ, ਮੈਂ ਜਲੰਧਰ ਇੱਦਾਂ ਸੋਚ ਰਿਹਾ। ਉਹ ਕਹਿੰਦੇ ਨਹੀਂ ਤੁਸੀਂ ਜਾ ਕੇ ਫਲੋਰ ਕਾਲਜ ਸੰਭਾਲੋ, ਫਾਊਂਡਰ ਪ੍ਰਿੰਸੀਪਲ ਉੱਥੇ। ਉਹਨਾਂ ਨੂੰ ਕਹਿੰਦੇ ਮੈਂ 10 ਮਿੰਟ ਬਾਅਦ ਫੋਨ ਕਰਦਾ। ਮੈਨੂੰ ਪੁੱਛਣ ਲੱਗੇ, ਮੈਂ ਕਿਹਾ ਕੋਈ ਨਹੀਂ, ਆਪਾਂ ਇੰਸਟੀਟਿਊਸ਼ਨ ਜਿਹੜਾ ਆਪਣਾ ਖੋਲ੍ਹਣਾ ਇੰਸਟੀਟਿਊਟ ਉਹ 2 ਸਾਲ ਬਾਅਦ ਫਿਰ ਖੋਲ੍ਹਾਂਗੇ। ਇਹ ਸਰਕਾਰੀ ਨੌਕਰੀ ਫਿਰ ਤੁਹਾਡੇ ਕੋਲ ਆ ਰਹੀ ਹੈ ਦੌੜ ਕੇ, ਯੂ ਮਸਟ ਜੁਆਇਨ, ਤੁਸੀਂ ਕਰ ਲਓ ਜੁਆਇਨ। ਅਤੇ ਜਿੱਦਣ ਨਾ ਇਹਨਾਂ ਦਾ ਮੈਡੀਕਲ ਵਗੈਰਾ ਹੋਣਾ ਸੀਗਾ ਤਾਂ ਅਸੀਂ ਦੋਨੋਂ ਜਾਣੇ ਯੂਨੀਵਰਸਿਟੀ ਚਲੇ ਗਏ। ਅਤੇ ਉਸ ਦਿਨ ਬੜੀ ਬਾਰਿਸ਼ ਹੋ ਰਹੀ ਸੀ ਕਿ ਅਸੀਂ VC ਸਾਹਿਬ ਦੇ ਕਮਰੇ 'ਚ ਬੈਠੇ ਸੀਗੇ ਅਤੇ VC ਸਾਹਿਬ ਨੇ ਗੱਲਾਂ 'ਚ ਮੇਰੇ ਤੋਂ ਪੁੱਛਿਆ, ਹੋਰ ਮੈਡਮ ਤੁਸੀਂ ਅੱਜ ਕੱਲ੍ਹ ਕੀ ਕਰਦੇ ਹੋ? ਮੈਂ ਕਿਹਾ ਸਰ ਤੁਹਾਨੂੰ ਪਤਾ ਤਾਂ ਹੈ ਮੈਂ ਹੁਣੇ ਹੀ ਰਿਟਾਇਰ ਹੋਈ ਹਾਂ ਸੈਪਟੰਬਰ 2015 'ਚ। ਅਤੇ ਤਿਵਾੜੀ ਸਾਹਿਬ ਦੇ ਮੂੰਹ 'ਚੋਂ ਨਿਕਲ ਗਿਆ ਕਿ ਮੈਂ ਇਹਨਾਂ ਨੂੰ ਵੀ ਨਾਲ ਲੈ ਜਾਵਾਂ, ਕਿਉਂਕਿ ਉਹ ਫੈਕਲਟੀ ਸਾਰੀ ਆਪ ਰੱਖਣੀ ਸੀਗੀ, ਕਿਉਂਕਿ ਟੀਚਰਸ ਮਿਲਦੇ ਨਹੀਂ ਹੈਗੇ ਇੰਗਲਿਸ਼ ਦੇ ਵਿੱਚ, ਉਹ ਵੀ ਐਕਸਪੀਰੀਅੰਸ। ਅਤੇ ਪੂਜਾ ਸਾਡੀ ਜ਼ਿੰਦਗੀ ਇੰਨੀ ਖੂਬਸੂਰਤ ਹੋ ਗਈ ਸੀਗੀ ਲਾਸਟ ਵਿੱਚ ਜਾ ਕੇ ਕਿ ਅਸੀਂ ਦੋਨੋਂ ਜਾਣੇ, ਉਹ ਪ੍ਰਿੰਸੀਪਲ ਮੈਂ ਪ੍ਰੋਫੈਸਰ, ਅਸੀਂ ਯੂਨੀਵਰਸਿਟੀ ਕਾਲਜ ਤੇਂਗ ਫਲੋਰ ਦੇ ਵਿੱਚ ਹੈ, ਫਲੋਰ ਦੇ ਨਾਲ ਅਸੀਂ ਉੱਥੇ ਜਾਣ ਲੱਗੇ। ਅਤੇ 3 ਕੁ ਮਹੀਨੇ ਹੋਏ ਸੀਗੇ ਹਾਲੇ। ਅਕਤੂਬਰ ਦੇ ਵਿੱਚ 8 ਅਕਤੂਬਰ ਤੱਕ ਉਹ ਕਾਰ ਚਲਾ ਰਹੇ ਨੇ, 10 ਅਕਤੂਬਰ ਨੂੰ ਹੈ ਹੀ ਨਹੀਂ। ਮੇਰੀ ਤਾਂ ਦੁਨੀਆ ਹੀ ਖਤਮ ਹੋ ਗਈ। ਮੇਰਾ ਛੋਟਾ ਬੇਟਾ ਜਿਹੜਾ ਹੈ ਉਹ ਕੈਨੇਡਾ ਦੇ ਵਿੱਚ ਹੀ ਰਹਿੰਦਾ ਹੈ, ਟੋਰਾਂਟੋ ਬਰੈਂਪਟਨ ਦੇ ਵਿੱਚ ਉਹ ਰਹਿੰਦਾ ਹੈ। ਅਤੇ 10 ਅਕਤੂਬਰ ਨੂੰ ਡੈਥ ਹੋਈ ਅਤੇ ਉਹ 11 ਨੂੰ ਪਹੁੰਚ ਗਿਆ ਅਤੇ 12 ਨੂੰ ਅਸੀਂ ਉਹਨਾਂ ਦਾ ਕ੍ਰੀਮੇਸ਼ਨ ਕੀਤੀ। ਦਸੰਬਰ ਲਾਸਟ ਤੱਕ ਉਹ ਬੇਟਾ ਮੇਰੇ ਕੋਲ ਰਿਹਾ। ਫਿਰ ਉਹ ਚਲਾ ਗਿਆ। ਫਿਰ ਮੇਰਾ ਬੜਾ ਬੇਟਾ ਉਹਨਾਂ ਦਿਨਾਂ ਵਿੱਚ ਦਿੱਲੀ ਪੋਸਟਡ ਸੀਗਾ, ਉਹ IRS ਹੈ, ਇੰਡੀਅਨ ਰੈਵਨਿਊ ਸਰਵਿਸ ਦੇ ਵਿੱਚ ਹੈਗਾ। ਫਿਰ ਮੈਂ ਉਹਦੇ ਕੋਲ ਚਲੀ ਗਈ, ਉੱਥੋਂ ਫਿਰ ਵਾਪਸ ਆ ਗਈ।
ਫਿਰ ਮੇਰਾ ਭਰਾ ਲੈ ਗਿਆ ਮੈਨੂੰ, ਫਿਰ ਉੱਥੋਂ ਵਾਪਸ ਆ ਗਈ। ਫਿਰ ਮੈਨੂੰ ਲੱਗਿਆ ਮਨਾ ਜ਼ਿੰਦਗੀ ਤਾਂ ਇਦਾਂ ਨਹੀਂ ਚੱਲਣੀ ਜੀ, ਜ਼ਿੰਦਗੀ ਇਦਾਂ ਨਹੀਂ ਚੱਲਣੀ। ਕਿਉਂਕਿ ਮੇਰੇ ਹਸਬੈਂਡ ਹਮੇਸ਼ਾ ਇਹ ਕਹਿੰਦੇ ਹੁੰਦੇ ਸੀਗੇ ਕਿ ਆਪਾਂ ਆਪਣੇ ਬੱਚਿਆਂ ਕੋਲੇ ਘੁੰਮਣ ਫਿਰਨ ਜਾਇਆ ਕਰਾਂਗੇ, ਮਿਲਣ ਜਾਇਆ ਕਰਾਂਗੇ, ਪਰ ਆਪਾਂ ਆਪਣਾ ਜਿਹੜਾ ਅੱਡਾ ਆ ਨਾ, ਠਿਕਾਣਾ, ਹੈੱਡਕੁਆਟਰ, ਉਹ ਜਲੰਧਰ ਹੀ ਆਪਣੇ ਘਰ 'ਚ ਰਹੂਗਾ। ਤੇ ਇੱਕ ਦਿਨ 2016 ਦਾ ਅਪ੍ਰੈਲ ਦਾ ਮਹੀਨਾ ਸੀਗਾ, ਮੈਂ ਇੱਦਾਂ ਬੈਠੀ ਤੇ ਮੈਨੂੰ ਇੱਦਾਂ ਲੱਗਿਆ ਕਿ ਜਿੱਦਾਂ ਉਹ ਮੇਰੇ ਸਾਹਮਣੇ ਖੜੇ ਹੋਣ ਤਿਵਾੜੀ ਸਾਹਿਬ। ਮੈਨੂੰ ਕਹਿੰਦੇ ਤੂੰ ਇੱਦਾਂ ਕਿਉਂ ਬੈਠੀ ਹੈ, ਜਾ ਕੇ ਮੂੰਹ ਹੱਥ ਧੋ, ਤਿਆਰ ਤਿਉਰ ਹੋ, ਮੈਂ ਕਿਤੇ ਨਹੀਂ ਗਿਆ, ਮੈਂ ਤੇਰੇ ਨਾਲ ਹੀ ਆ। ਸੱਚੀ ਮੈਨੂੰ ਇਹ ਆਵਾਜ਼ ਇੱਦਾਂ ਸੁਣੀ ਵੀ ਉਹ ਬੋਲ ਰਹੇ ਨੇ। ਮੈਂ ਬਾਥਰੂਮ ਜਾ ਕੇ ਮੂੰਹ ਹੱਥ ਧੋਤਾ, ਕੱਪੜੇ ਬਦਲੇ, ਕੰਘੀ ਕੁੰਗੀ ਕਰਕੇ ਮੈਂ ਉਹਨਾਂ ਦੇ ਸਟੱਡੀ ਟੇਬਲ 'ਤੇ ਬੈਠ ਗਈ। ਜਦੋਂ ਮੈਂ ਬੈਠੀ ਬਸ ਫਿਰ ਮੈਂ ਕਾਗਜ਼ ਕਲਮ ਚੁੱਕਿਆ, ਜਿਉਂ ਲਿਖਣਾ ਸ਼ੁਰੂ ਕੀਤਾ ਵੀ ਕਿਵੇਂ ਮੇਰੀ ਜ਼ਿੰਦਗੀ 'ਚ ਆਏ, ਕਿਵੇਂ ਮੇਰੀ ਜ਼ਿੰਦਗੀ ਤੋਂ ਚਲੇ ਗਏ। ਆਪਣੀ ਸਾਰੀ ਕਹਾਣੀ ਮੈਂ ਲਿਖ ਮਾਰੀ। ਫਿਰ ਮੈਨੂੰ ਪਤਾ ਨਾ ਲੱਗੇ ਇਹਨੂੰ ਪਬਲਿਸ਼ ਕਿੱਦਾਂ ਕਰਾਉਣਾ। ਚਲੋ ਐਨੀ ਹਾਓ ਲੰਬੀਆਂ ਗੱਲਾਂ, ਸਾਰਾ ਕੁਝ ਹੋ ਗਿਆ। ਤੇ ਜਦੋਂ ਮੈਂ ਲਿਖਣ ਬੈਠੀ, ਮੇਰੇ ਅੱਗੇ ਪਹਿਲਾ ਸਵਾਲ ਇਹ ਕਿ ਅੰਗਰੇਜ਼ੀ ਮੈਂ ਪੜ੍ਹਾਈ ਤੇ ਮੈਂ ਕਿਹੜੀ ਭਾਸ਼ਾ 'ਚ ਕਿਤਾਬ ਲਿਖਾਂ। ਵੀ ਜੇ ਇੰਗਲਿਸ਼ ਵਿੱਚ ਲਿਖੀ ਤਾਂ ਕਈ ਬੰਦਿਆਂ ਤੋਂ ਪੜ੍ਹੀ ਨਹੀਂ ਹੋਣੀ, ਕਿੰਨੇ ਕੁ ਬੰਦੇ ਨੇ ਇੰਗਲਿਸ਼ ਪੜ੍ਹਨ ਵਾਲੇ। ਤੇ ਜੇ ਮੈਂ ਪੰਜਾਬੀ 'ਚ ਲਿਖੀ ਤਾਂ ਵੀ ਪਤਾ ਨਹੀਂ ਰੱਬ ਨੇ ਮੇਰੇ ਤੋਂ ਕੀ ਕੀਤਾ। ਤਿਵਾੜੀ ਸਾਹਿਬ ਜਿਹੜੇ ਸੀ ਪੰਜਾਬ ਯੂਨੀਵਰਸਿਟੀ ਦੇ ਵਿੱਚ ਨਾ ਡੀਨ ਲੈਂਗੁਏਜਿਸ ਵੀ ਸੀਗੇ। ਐਸਾ ਮੇਰੇ ਦਿਮਾਗ 'ਚ ਫੁਰਨਾ ਆਇਆ ਕਿ ਕਿਉਂ ਨਾ ਇਸ ਕਿਤਾਬ ਨੂੰ ਤਿੰਨੋਂ ਲੈਂਗੁਏਜਿਸ 'ਚ ਲਿਖਿਆ ਜਾਵੇ, ਮਿਕਸ ਕਰਕੇ। ਹੁਣ ਜਿੱਦਾਂ ਆਪਾਂ ਗੱਲਾਂ ਕਰ ਰਹੇ ਹਾਂ, ਕਦੇ ਆਪਾਂ ਇੰਗਲਿਸ਼, ਕਦੇ ਹਿੰਦੀ, ਤੇ ਮੇਰੀਆਂ ਤਿੰਨੋਂ ਲੈਂਗੁਏਜਿਸ 'ਤੇ ਈਕੁਅਲ ਕਮਾਂਡ ਹੈ। ਉਹਦੇ ਵਿੱਚੋਂ ਆ ਮੇਰੀ ਪਹਿਲੀ ਕਿਤਾਬ ਜਿਹੜੀ ਹੈ ਇਹ ਨਿਕਲੀ, ਜਿਹਦਾ ਟਾਈਟਲ ਵੀ ਅੰਗਰੇਜ਼ੀ ਦੇ ਵਿੱਚ ਹੈ ਫਾਦਰ, ਮੇਰੇ ਹਿੰਦੀ ਵਿੱਚ ਲਿਖਿਆ, ਪੁੱਤਰਾਂ ਦੇ ਪੰਜਾਬੀ ਵਿੱਚ ਲਿਖਿਆ। ਫਾਦਰ ਮੇਰੇ ਪੁੱਤਰਾਂ ਦੇ, ਕਿਵੇਂ ਮੇਰੀ ਜ਼ਿੰਦਗੀ 'ਚ ਆਏ, ਕਿਵੇਂ ਚਲੇ ਗਏ। ਤੇ ਇਹ ਕਿਤਾਬ ਮੇਰੇ ਲਈ ਕਿਤਾਬ ਨਹੀਂ ਹੈ, ਮੇਰੇ ਲਈ ਇਹ ਤਿਵਾੜੀ ਸਾਹਿਬ ਜ਼ਿੰਦਾ ਨੇ। ਅੱਗੇ ਉਹ ਸਰੀਰਕ ਰੂਪ 'ਚ ਸੀਗੇ, ਹੁਣ ਮੇਰੇ ਕੋਲੇ ਉਹ ਕਿਤਾਬ ਦੇ ਰੂਪ 'ਚ ਨੇ। ਮੈਂ ਜਿੱਥੇ ਜਾਂਦੀ ਹਾਂ ਮੇਰੇ ਬੈਗ ਦੇ ਵਿੱਚ ਇਹ ਹਮੇਸ਼ਾ ਕਿਤਾਬ ਹੁੰਦੀ ਹੈ, ਜਿਹੜੀ ਮੈਨੂੰ ਇਹ ਅਹਿਸਾਸ ਦਿੰਦੀ ਹੈ ਕਿ ਮੈਂ ਕਿਤੇ ਨਹੀਂ ਗਿਆ, ਮੈਂ ਤੇਰੇ ਨਾਲ ਆ, ਮੈਂ ਤੇਰੇ ਨਾਲ ਆ। ਇਸ ਕਿਤਾਬ ਨੇ ਮੈਨੂੰ ਡਿਪਰੈਸ਼ਨ ਵਿੱਚ ਜਾਣ ਤੋਂ ਬਚਾ ਲਿਆ। ਮੈਂ ਅੱਜ ਜੋ ਕੁਛ ਹਾਂ ਇਸ ਕਿਤਾਬ ਕਰਕੇ, ਤੁਸੀਂ ਇਹ ਕਹਿ ਸਕਦੇ ਹੋ ਆਈ ਐਮ ਰਾਈਟਰ ਬਾਏ ਐਨ ਐਕਸੀਡੈਂਟ। ਜਿਹੜਾ ਹਾਦਸਾ ਮੇਰੇ ਨਾਲ ਹੋਇਆ ਉਹਦੇ 'ਚੋਂ ਆ ਪਹਿਲੀ ਕਿਤਾਬ ਨਿਕਲੀ। ਇਸ ਕਿਤਾਬ ਨੂੰ ਮੈਂ ਉਹਨਾਂ ਦੀ ਪਹਿਲੀ ਬਰਸੀ 'ਤੇ 10 ਅਕਤੂਬਰ 2017 ਨੂੰ ਰਿਲੀਜ਼ ਕੀਤਾ, ਤੇ ਉਹਨਾਂ ਦੀ ਦੂਜੀ ਬਰਸੀ 'ਤੇ 2018 ਵਿੱਚ ਮੈਂ ਦੂਜੀ ਕਿਤਾਬ ਲਿਖੀ। ਇਹ ਹੈ ਆਪ ਹਮਾਰੇ ਦਿਲ ਮੇਂ ਬਸਤੇ ਹੈਂ। ਇਹਦੇ ਵਿੱਚ ਮੈਂ ਕਹਾਣੀਆਂ ਲਿਖੀਆਂ। ਕਹਾਣੀਆਂ ਲਿਖਣ ਮਤਲਬ ਮੈਨੂੰ ਇੱਕ ਜੀਵਨ ਦਾ ਜਿਉਣ ਦਾ ਇੱਕ ਆਰ ਲੱਭ ਗਿਆ ਕਿ ਇੱਧਰ ਉੱਧਰ ਭਟਕਣ ਨਾਲੋਂ ਕਿਉਂ ਨਾ ਕੁਛ ਲਿਖਿਆ ਜਾਵੇ। ਇਹਦੇ 'ਚ ਮੈਂ 15 ਕਹਾਣੀਆਂ ਲਿਖੀਆਂ। 15 ਚੋਂ 9 ਕਹਾਣੀਆਂ ਸੱਚੀਆਂ ਨੇ ਤੇ 6 ਕਹਾਣੀਆਂ ਜਿੱਦਾਂ ਇੱਕ ਕਲਪਨਾ ਦੇ ਨਾਲ ਤੁਸੀਂ ਲਿਖਦੇ ਹੋ। ਸੋ ਇਹ ਕਿਤਾਬਾਂ, ਉਸ ਤੋਂ ਬਾਅਦ ਸੋਚਿਆ ਤਾਂ ਇਹੀ ਸੀਗਾ ਕਿ ਹਰ ਸਾਲ ਇੱਕ ਕਿਤਾਬ ਲਿਖ ਕੇ ਉਹਨਾਂ ਨੂੰ ਆਪਣੀ ਸ਼ਰਧਾਂਜਲੀ ਦਿਆ ਕਰੂੰਗੀ। ਉਸ ਤੋਂ ਬਾਅਦ ਫਿਰ ਅਗਲੇ ਸਾਲ ਮੇਰਾ ਥੋੜ੍ਹਾ ਜਿਹਾ ਇੱਕ ਐਕਸੀਡੈਂਟ ਹੋ ਗਿਆ ਸੀ, ਆ ਉਂਗਲੀ ਮੇਰੀ ਬੜੀ ਕ੍ਰਸ਼ਟ ਜੀ ਹੋ ਗਈ, ਕਾਫੀ ਦੇਰ ਤੇ ਪਲਸਤਰ ਰਿਹਾ ਜੇ। ਉਸ ਤੋਂ ਬਾਅਦ 20 ਸਾਲ ਤਾਂ ਸਾਰਾ ਕਰੋਨਾ 'ਚ ਹੀ ਚਲਾ ਗਿਆ। ਪਰ ਜੇ ਅੱਜ ਮੈਂ ਤੁਹਾਡੇ ਸਾਹਮਣੇ ਬਿਲਕੁਲ ਠੀਕ ਠਾਕ ਹੱਸਦੀਆਂ ਬੋਲਦੀਆਂ ਤਾਂ ਉਹ ਸਿਹਰਾ ਮੇਰੇ ਹਸਬੈਂਡ ਨੂੰ ਜਾਂਦਾ ਹੈ, ਜਿਨ੍ਹਾਂ ਨੇ ਆਪ ਆ ਕੇ ਮੇਰੇ ਤੋਂ ਕਿਤਾਬਾਂ ਲਿਖਾਈਆਂ। ਤੇ ਜਦੋਂ ਮੈਨੂੰ ਇੱਕ ਬੰਦੇ ਨੇ ਕਿਹਾ ਨਾ ਕਿ ਮੈਡਮ ਇਹ ਕਿਤਾਬ ਨਹੀਂ ਹੈ, ਦਿਸ ਇਜ਼ ਤਾਜ ਮਹਿਲ ਇਨ ਵਰਡਸ। ਇਹ ਤਾਜ ਮਹਿਲ ਹੈ ਹਰਫਾਂ 'ਚ ਲਿਖਿਆ ਹੋਇਆ, ਅਲਫਾਜ਼ਾਂ ਦੇ ਵਿੱਚ ਲਿਖਿਆ ਹੋਇਆ ਇਹ ਤਾਜ ਮਹਿਲ ਹੈ। ਤੇ ਆਪ ਹਮਾਰੇ ਦਿਲ ਮੇਂ ਬਸਤੇ ਹੈ। ਮੈਨੂੰ ਰੱਬ ਨੇ ਜਿੰਨੇ ਸਾਹ ਬਖਸ਼ੇ ਨੇ, ਜਦੋਂ ਤੱਕ ਮੈਂ ਹਾਂ, ਤਿਵਾੜੀ ਸਾਹਿਬ ਮੇਰੇ ਦਿਲ 'ਚ ਰਹਿਣਗੇ, ਹਮੇਸ਼ਾ ਰਹਿਣਗੇ। ਇਸ ਕਰਕੇ ਆਹ ਨਾਲ ਜੁੜ ਗਿਆ ਕਿ ਮੈਂ ਪ੍ਰੋਫੈਸਰ ਹਾਂ, ਮੈਂ ਕਲਾਕਾਰ ਹਾਂ, ਮੈਂ ਐਂਕਰ ਹਾਂ, ਮੈਂ ਰਾਈਟਰ ਵੀ ਹਾਂ, ਲੇਖਕ ਵੀ ਹਾਂ। ਪਰ ਇਹ ਲੇਖਕ ਮੈਨੂੰ ਮੇਰੇ ਜ਼ਿੰਦਗੀ ਦੇ ਹਾਦਸਿਆਂ ਨੇ ਬਣਾ ਦਿੱਤਾ। ਐਸਾ ਹਾਦਸਾ ਜਿਹਨੇ ਮੇਰੇ ਹੱਥ ਵਿੱਚ ਕਲਮ ਫੜਾਤੀ,
ਕੁਦਰਤ ਕੁਝ ਨਾ ਕੁਝ ਕਰਵਾਉਣਾ ਜਾਣਦੀ ਆ ਤੁਹਾਡੇ ਕੋਲੋਂ, ਤੇ ਕੁਦਰਤ ਨੇ ਜੇਕਰ ਤੁਹਾਨੂੰ ਐਕਟਰ ਬਣਾਇਆ, ਐਂਕਰ ਬਣਵਾਇਆ, ਪ੍ਰੋਫੈਸਰ ਬਣਾਇਆ, ਤੇ ਸ਼ਾਇਦ ਇੱਕ ਕੰਮ ਜਿਹੜਾ ਸੀ ਉਹ ਰਹਿ ਗਿਆ ਸੀ ਲੇਖਕ ਦਾ, ਤੇ ਕੁਦਰਤ ਨੇ ਕਿਸੇ ਨਾ ਕਿਸੇ ਤਰੀਕੇ ਨਾਲ ਤੁਹਾਨੂੰ ਲੇਖਕ ਵੀ ਬਣਾ ਦਿੱਤਾ। ਮੈਨੂੰ ਲੱਗਦਾ ਹੈ ਪੂਜਾ ਕਿ ਸ਼ਾਇਦ ਇਹਦੇ ਵਿੱਚ ਵੀ ਰੱਬ ਦਾ ਹੀ ਹੱਥ ਹੋਏਗਾ, ਕਿਉਂਕਿ ਜਿਸ ਤਰ੍ਹਾਂ ਦੇ ਤਿਵਾੜੀ ਸਾਹਿਬ ਸੀਗੇ, ਜਿੱਦਾਂ ਦੇ ਉਹ ਇਨਸਾਨ ਸੀ, ਉਹਨਾਂ ਦੇ ਬਾਰੇ 'ਚ ਤਾਂ ਸਾਰੀ ਦੁਨੀਆ ਨੂੰ ਪਤਾ ਹੋਣਾ ਚਾਹੀਦਾ ਹੈ ਵੀ ਦੁਨੀਆ ਦੇ ਵਿੱਚ ਇੱਕ ਐਦਾਂ ਦਾ ਬੰਦਾ ਵੀ ਜੀਵਨ ਕੱਟ ਕੇ ਗਿਆ ਹੈਗਾ। ਤੇ ਜੇ ਮੈਂ ਪਹਿਲਾਂ ਚਲੀ ਜਾਂਦੀ ਸ਼ਾਇਦ ਮੇਰੇ ਤੇ ਕੋਈ ਕਿਤਾਬ ਨਾ ਲਿਖਦਾ, ਪਰ ਮੇਰੇ ਤੋਂ ਆ ਲਿਖਵਾਈ ਕਿਤਾਬ ਤਾਂ ਕਿ ਉਹ ਜ਼ਿੰਦਾ ਰਹਿਣ। ਇਹ ਕਿਤਾਬ ਮੈਂ ਪੰਜਾਬ ਦੇ ਹਰ ਕਾਲਜ ਦੇ ਲਾਇਬ੍ਰੇਰੀ 'ਚ ਭੇਜੀ, ਮੈਂ ਬਾਹਰਲੇ ਮੁਲਕਾਂ 'ਚ ਵੀ ਜਿੱਥੇ ਜਿੱਥੇ ਤਿਵਾੜੀ ਸਾਹਿਬ ਦੇ ਦੋਸਤ ਮਿੱਤਰ ਸੀ ਉੱਥੇ ਮੈਂ ਭੇਜੀ। ਤੇ ਜਦ ਤੱਕ ਇਹ ਕਿਤਾਬ ਰਹੂਗੀ ਨਾ ਰਹੂਗੀ, ਕਿ ਕਿਤਾਬ ਤਾਂ ਕਿਤੇ ਜਾਂਦੀ ਹੀ ਨਹੀਂ, ਹਰਫਾਂ ਦੇ ਤਾਂ ਉਮਰ ਹੀ ਇੱਕ ਜਿਹੜੀ ਹੈ ਬਹੁਤ ਜ਼ਿਆਦਾ ਹੁੰਦੀ ਹੈ, ਉਦੋਂ ਤੱਕ ਜਿਉਂਦੇ ਰਹਿਣਗੇ ਇਸ ਸੰਸਾਰ ਦੇ ਵਿੱਚ। ਮੌਤ ਜਿਸਮ ਨੂੰ ਆਉਂਦੀ ਹੈ, ਹਰਫਾਂ ਨੂੰ ਮੌਤ ਨਹੀਂ ਆਉਂਦੀ। ਬਹੁਤ ਸੋਹਣੀ ਗੱਲ। ਸੋ ਇਹ ਗੱਲਾਂ ਬਾਤਾਂ ਦਾ ਸਿਲਸਿਲਾ ਅਸੀਂ ਅੱਗੇ ਜ਼ਰੂਰ ਜਾਰੀ ਰੱਖਾਂਗੇ ਇੱਦਾਂ ਹੀ, ਪਰ ਇੱਥੇ ਵੇਲਾ ਹੋ ਰਿਹਾ ਇੱਕ ਬ੍ਰੇਕ ਦਾ। ਸੋ ਬ੍ਰੇਕ ਤੋਂ ਬਾਅਦ ਫਿਰ ਤੋਂ ਮਿਲਦੇ ਹਾਂ, ਤੇ ਹੋਰ ਬਹੁਤ ਸਾਰੀਆਂ ਗੱਲਾਂ ਬਾਤਾਂ ਨੇ ਜੋ ਮੈਮ ਦੀ ਲਾਈਫ ਦੇ ਬਾਰੇ ਸ਼ਾਇਦ ਬਹੁਤੇ ਲੋਕਾਂ ਨੂੰ ਨਹੀਂ ਪਤਾ ਹੋਣਗੀਆਂ। ਸੋ ਸਾਡਾ ਮਕਸਦ ਇਹ ਹੈ ਕਿ ਉਹ ਸਾਰੀਆਂ ਗੱਲਾਂ ਅੱਜ ਮੈਮ ਦੇ ਨਾਲ ਖੁੱਲ ਕੇ ਕੀਤੀਆਂ ਜਾਣ। ਸੋ ਬ੍ਰੇਕ ਤੋਂ ਬਾਅਦ ਇੱਕ ਵਾਰ ਫਿਰ ਤੋਂ ਮੁਲਾਕਾਤ ਹੁੰਦੀ ਹੈ। ਪ੍ਰੋਗਰਾਮ ਚੱਲ ਰਿਹਾ ਗੱਲ ਪੰਜਾਬ ਦੀ। ਇੱਕ ਵਾਰ ਫਿਰ ਤੋਂ ਸਵਾਗਤ ਹੈ ਸਾਡੇ ਪ੍ਰੋਗਰਾਮ ਗੱਲ ਪੰਜਾਬ ਦੀ ਵਿੱਚ, ਤੇ ਸਾਡੇ ਅੱਜ ਦੇ ਮਹਿਮਾਨ ਨੇ ਮੈਮ ਸਰਿਤਾ ਤਿਵਾਰੀ ਜੀ। ਮੈਮ ਮਤਲਬ ਗੱਲਾਂ ਬਾਤਾਂ ਐ ਨਿਕਲ ਕੇ ਆ ਰਹੀਆਂ ਨੇ ਕਿ ਖੁੱਭ ਗਏ ਵਿੱਚ ਇੱਕਦਮ। ਤੁਸੀਂ ਨਾ ਮੈਨੂੰ ਬੜਾ ਭਾਵੁਕ ਕਰ ਦਿੱਤਾ, ਮੈਂ ਥੋੜੀ ਜਿਹੀ ਭਾਵੁਕ ਹੋ ਗਈ। ਪਰ ਬੇਟਾ ਮੇਰਾ ਨਾਮ ਹੀ ਸਰਿਤਾ ਆ, ਸਰਿਤਾ ਮੀਨਸ ਦਰਿਆ, ਰਿਵਰ। ਤੇ ਦਰਿਆ ਜਦੋਂ ਵਗਦਾ ਨਾ ਉਹਦੇ ਰਸਤੇ ਵਿੱਚ ਕੰਢੇ ਪੱਥਰ ਪਤਾ ਨਹੀਂ ਕੀ ਕੁਛ ਆਉਂਦਾ ਆ, ਪਰ ਜੇ ਉਹ ਨਾ ਹੋਣ ਤਾਂ ਫਿਰ ਉਹ ਪਾਣੀ ਦੀ ਕਲਕਲ ਦੀ ਮਿੱਠੀ ਆਵਾਜ਼ ਕਿੱਥੋਂ ਨਿਕਲੇ, ਹਨਾ। ਸੋ ਮੇਰੀ ਜ਼ਿੰਦਗੀ ਦੇ ਵਿੱਚ ਜਿਹੜੀਆਂ ਆਈਆਂ ਰੁਕਾਵਟਾਂ ਆਈਆਂ, ਹਾਦਸਾ ਹੋਇਆ, ਠੀਕ ਹੈ। ਮੈਮ ਤੁਹਾਡਾ ਨਾਮ ਕਿਹਨਾਂ ਨੇ ਰੱਖਿਆ ਸੀ? ਮੇਰੇ ਨਾਮ ਦੀ ਵੀ ਪਿੱਛੇ ਇੱਕ ਬੜੀ ਇੰਟਰਸਟਿੰਗ ਦਿਲਚਸਪ ਕਹਾਣੀ ਹੈ। ਜਦੋਂ ਮੈਂ ਪੈਦਾ ਹੋਈ ਤਾਂ ਮੇਰੇ ਦਾਦੀ ਜੀ ਨੇ ਨਾ ਮੇਰਾ ਨਾਮ ਰੱਖਿਆ ਨਿਰਮਲਾ। ਤੇ ਉਸ ਤੋਂ ਬਾਅਦ ਜਦੋਂ ਮੇਰੇ ਪਾਪਾ, ਮੈਂ ਦੱਸਿਆ, ਫੌਜ ਸੀ, ਮੰਮੀ ਨੇ ਦੇਖਿਆ ਸਾਡੇ ਨਾ ਘਰ ਦੇ ਵਿੱਚ ਮੁੰਡਿਆਂ ਦੀ ਬਹੁਤ ਜ਼ਿਆਦਾ ਮੁੰਡੇ ਸੀ, ਕੁੜੀਆਂ ਦੀ ਘਾਟ ਸੀ। ਤੇ ਮੇਰੇ ਮੰਮੀ ਚਾਹੁੰਦੇ ਸੀ ਵੀ ਸਾਡੇ ਘਰ ਨਾ ਕੁੜੀ ਹੋਵੇ, ਕਿਉਂਕਿ ਮੇਰੇ ਤੋਂ ਪਹਿਲਾਂ ਮੇਰਾ ਭਰਾ ਵੀ ਹੋਇਆ ਸੀਗਾ ਬੜਾ ਹੈਲਦੀ, ਜਿਹੜਾ ਕਿ 10 ਕੁ ਦਿਨਾਂ ਬਾਅਦ ਉਹਦੀ ਡੈਥ ਹੋ ਗਈ। ਤੇ ਮੇਰੇ ਜਦੋਂ ਮੈਂ ਹੋਣ ਵਾਲੀ ਹੋਈ ਤਾਂ ਮੇਰੇ ਮੰਮੀ ਅੰਮ੍ਰਿਤਸਰ ਕੋਲੇ ਇੱਕ ਜਗ੍ਹਾ ਰਾਮ ਤੀਰਥ, ਉੱਥੇ ਗਏ, ਸੁੱਖ ਕੇ ਆਏ ਕਿ ਹੇ ਰੱਬਾ ਸਾਡੇ ਘਰ ਕੁੜੀ ਹੋਵੇ। ਜਦੋਂ ਮੈਂ ਹੋ ਗਈ ਤਾਂ ਮੇਰੇ ਮੰਮੀ ਨੇ ਮੇਰਾ ਨਾਮ ਰੱਖਿਆ ਸੁਰੀਤੀ। ਸੁਰੀਤੀ ਮੀਨਸ ਜਿਹੜੀ ਅੱਛੀ ਰੀਤੀ ਆਪਾਂ ਚਲਾਈਏ। ਤੇ ਜਦੋਂ ਫਿਰ ਸਕੂਲ ਦੇ ਵਿੱਚ ਪਤਾ ਨਾ, ਕਦੇ ਮੇਰੇ ਪਾਪਾ ਦੇਹੂ ਰੋਡ ਰਹੇ ਮਹਾਰਾਸ਼ਟਰ ਵਿੱਚ, ਕਦੇ ਕਿਤੇ, ਉਹ ਇੱਕ ਜਗ੍ਹਾ ਤੋਂ ਦੂਜੀ ਜਗ੍ਹਾ ਟਰਾਂਸਫਰ ਹੋਈ, ਉਹ ਸੁਰੀਤੀ ਦਾ ਨਾ ਸੁਰੀਤਾ ਬਣ ਗਿਆ। ਫਿਰ ਅਗਲੇ ਸਕੂਲ 'ਚ ਗਏ, ਉਹ ਕਹਿੰਦੇ ਸੁਰੀਤਾ ਤਾਂ ਕਦੇ ਸੁਣਿਆ ਨਹੀਂ, ਸਰਿਤਾ ਹੁੰਦਾ ਆ, ਹਨਾ, ਸਰਿਤਾ ਦਾ ਤਾਂ ਮੀਨਿੰਗ ਹੈ ਨਾ। ਤੇ ਉੱਥੇ ਜੀ ਉਹ ਸਰਿਤਾ ਕਰਤਾ, ਏਦਾਂ ਕਰਦੇ ਕਰਾਉਂਦੇ ਮੇਰਾ ਨਾਮ ਸਰਿਤਾ ਹੋ ਗਿਆ। ਪਰ ਠੀਕ ਹੈ, ਮੈਨੂੰ ਇਹ ਲੱਗਦਾ ਹੈ ਕਿ ਮੈਂ ਵੀ ਸਰਿਤਾ ਦੀ ਤਰ੍ਹਾਂ ਮੈਂ ਵੀ ਵਗਦੀ ਰਹਿਣਾ, ਮੈਂ ਡਰਨਾ ਨਹੀਂ, ਕਿਸੇ ਔਖਿਆਈ ਤੋਂ ਡਰਨਾ ਨਹੀਂ। ਬਸ ਇੰਨਾ ਜ਼ਰੂਰ ਹੈ ਪੂਜਾ, ਇੰਨਾ ਜ਼ਰੂਰ ਹੈ ਕਿ ਤਿਵਾਰੀ ਸਾਹਿਬ ਚਲੇ ਗਏ, ਜੇ ਮੇਰੇ ਛੋਟੇ ਬੇਟੇ ਦਾ ਵੀ ਵਿਆਹ ਕਰ ਜਾਂਦੇ ਤਾਂ ਮੇਰੀਆਂ ਜ਼ਿੰਮੇਵਾਰੀਆਂ ਪੂਰੀਆਂ ਹੋ ਜਾਂਦੀਆਂ। ਹੁਣ ਛੋਟੇ ਦਾ ਹਾਲੇ ਵਿਆਹ ਨਹੀਂ ਹੋਇਆ, ਉਹ ਮੈਨੂੰ ਲੱਗਦਾ ਕਿ ਹਾਲੇ ਮੇਰੇ ਅੱਗੇ ਇੱਕ ਜ਼ਿੰਮੇਵਾਰੀ ਹੈ, ਇੱਕ ਰਿਸਪੌਂਸਿਬਿਲਟੀ ਹੈ ਕਿ ਉਹਨੂੰ ਮੈਂ ਜਿਹੜਾ ਹੈ ਉਹਦਾ ਵਿਆਹ ਕਰਨਾ ਹੈ। ਅਦਰਵਾਈਜ਼ ਤਾਂ ਪਰਮਾਤਮਾ ਨੇ ਮੈਨੂੰ ਜ਼ਿੰਦਗੀ ਵਿੱਚ ਮੈਨੂੰ ਮੰਗਣ ਦੀ ਲੋੜ ਨਹੀਂ ਪਈ ਰੱਬ ਤੋਂ, ਸਭ ਕੁਛ ਆਪੇ ਹੀ ਰੱਬ ਮੈਨੂੰ ਦੇਈ ਗਿਆ। ਬਹੁਤ ਵਧੀਆ ਮਾਂ ਬਾਪ ਮਿਲੇ, ਬਹੁਤ ਅੱਛੀ ਮੇਰੀ ਪੜ੍ਹਾਈ ਹੋਈ, ਬਹੁਤ ਅੱਛੇ ਪਤੀ ਮਿਲੇ, ਔਲਾਦ ਮਿਲੀ, ਸਭ ਕੁਛ ਮਿਲਿਆ, ਨੌਕਰੀ ਮਿਲੀ, ਸ਼ੋਹਰਤ ਮਿਲੀ, ਸਭ ਕੁਛ ਰੱਬ ਨੇ ਪਲੇਟ 'ਤੇ ਪਾ ਕੇ ਦਿੱਤਾ। ਬਸ ਉਹ ਕਹਿੰਦੇ ਨੇ ਨਾ ਬਈ ਫਿਰ ਜਦੋਂ ਇੰਨਾ ਕੁਛ ਰੱਬ ਦੇ ਦਿੰਦਾ
ਫਿਰ ਬਸ ਕਿਤੇ ਫਿਰ ਮਾੜੀ ਜੀ ਟੋਕ ਵੀ ਲਾ ਦਿੰਦਾ ਨਾ ਜੀ ਇਹ ਬੰਦਾ ਬਸ ਅਹਿਸਾਸ ਰਵੇ ਬੰਦੇ ਨੂੰ, ਹੈ ਨਾ yes. ਜੀ। ਤੇ ਹੁਣ ਮੈਮ ਅੱਗੇ ਗੱਲ ਕਰਦੇ ਹਾਂ ਤੁਹਾਡੇ ਕੈਰੀਅਰ ਦੀ। ਐਕਟਿੰਗ ਦੇ ਵਿੱਚ ਤੁਸੀਂ ਬਹੁਤ ਸਾਰੇ ਕੰਮ ਕੀਤੇ ਨੇ, ਪਲੇਜ਼ ਵੀ ਬਹੁਤ ਸਾਰੇ ਕੀਤੇ ਨੇ, ਕੋਈ ਤੁਹਾਡੀ ਇਦਾਂ ਦੀ ਯਾਦ ਰਹੀ ਹੋਵੇ ਐਕਟਿੰਗ ਨੂੰ ਲੈ ਕੇ ਕਿ ਜਿਹੜੇ ਤੁਹਾਡੇ ਦਿਲ ਦੇ ਬਹੁਤ ਕਰੀਬ ਹੋਵੇ, ਜਾਂ ਕੁਝ ਡਾਇਲੌਗਸ ਹੋਣ ਜੋ ਬਹੁਤ ਕਰੀਬ ਹੋਣ ਤੁਹਾਡੇ ਦਿਲ ਦੇ? ਦੇਖੋ, ਜੇ ਤੁਸੀਂ ਇਹ ਪੁੱਛੋਗੇ ਇਹ ਤਾਂ ਮੈਨੂੰ ਲੱਗਦਾ ਤੁਸੀਂ ਮੇਰੇ ਤੋਂ ਚਾਹੇ ਸਾਲਾਂ ਬੱਧੀ ਪੁੱਛੇ ਜਾਓ, ਕਿਉਂਕਿ ਹਰੇਕ ਪਿੱਛੇ ਕੁਛ ਨਾ ਕੁਛ। ਮੈਨੂੰ ਯਾਦ ਹੈ, ਮੈਨੂੰ ਸਾਲ ਨਹੀਂ ਯਾਦ, ਇੱਕ ਮੇਰਾ ਹਿੰਦੀ ਦੇ ਵਿੱਚ ਪਲੇ ਸੀਗਾ, ਉਹਦਾ ਨਾਮ ਸੀਗਾ ਆਪਣੀ ਤਲਾਸ਼। ਜੀ ਆਪਣੀ ਤਲਾਸ਼ ਦੇ ਵਿੱਚ ਨਾ ਮਤਲਬ ਕਹਿ ਲਓ ਵੀ ਮੇਰੀ ਅਸਲੀ ਜ਼ਿੰਦਗੀ ਦੇ ਹਾਲਾਤ ਦੀ ਤਰ੍ਹਾਂ ਮੇਰੇ ਹਸਬੈਂਡ ਦੀ ਉਹਦੇ 'ਚ ਡੈਥ ਹੋ ਜਾਂਦੀ ਹੈ। ਅੱਛਾ। ਤੇ ਉਦੋਂ ਮੇਰੇ ਬੱਚਾ ਛੋਟਾ ਜਿਹਾ ਹੁੰਦਾ ਹੈ ਤੇ ਉਹਦੀ ਡੈਥ ਹੋ ਜਾਂਦੀ ਹੈ, ਉਸ ਆਰਟਿਸਟ ਦੀ। ਜੀ ਤੇ ਮੇਰੇ ਹਸਬੈਂਡ ਦੀ ਜਿਨ੍ਹਾਂ ਦੀ ਡੈਥ ਹੋ ਚੁੱਕੀ ਹੈ, ਉਹਨਾਂ ਦੀ ਇਹ ਇੱਛਾ ਸੀਗੀ ਕਿ ਮੈਂ ਇੰਟੀਰੀਅਰ ਡੈਕੋਰੇਟਰ ਬਣਾ। ਤੇ ਉਹਦੀ ਨਾ ਜਦੋਂ ਅਸੀਂ ਸ਼ੂਟਿੰਗ ਕਰ ਰਹੇ ਸੀਗੇ, ਸਟੂਡੀਓ ਦੇ ਵਿੱਚ ਸੀਗੇ, ਹੁਣ ਤਾਂ ਉੱਥੇ ਆਰਾਮ ਨਾਲ ਜਦੋਂ ਲਾਈਟ ਕਿਤੇ ਚਲੀ ਜਾਂਦੀ ਹੈ ਤਾਂ ਜਨਰੇਟਰ ਚੱਲਦਾ ਆ। ਉਸ ਦਿਨ ਪਤਾ ਨਹੀਂ ਜਨਰੇਟਰ 'ਚ ਪ੍ਰੋਬਲਮ ਸੀ ਜਾਂ ਕੀ ਸੀ, ਤੇ ਮਤਲਬ ਸਟੂਡੀਓ ਦੇ ਵਿੱਚ ਜਦੋਂ ਲਾਈਟ ਚਲੀ ਗਈ ਬਿਲਕੁਲ ਹਨੇਰਾ ਹੋ ਗਿਆ। ਮੈਂ ਬੈੱਡ 'ਤੇ ਨਾ ਇੱਦਾਂ ਲੇਟੀ ਹੋਈ ਹੈਗੀ ਹਾਂ, ਤੇ ਮੈਂ ਇੱਦਾਂ ਨਾਲ ਫੋਟੋ ਹਸਬੈਂਡ ਦੀ ਜਿਹੜੀ ਹੈ ਉਹ ਫਰੇਮ ਦੇ ਵਿੱਚ ਲੱਗੀ ਹੋਈ ਹੈ। ਮੈਂ ਕੁਛ ਗੱਲਾਂ ਕਰ ਰਹੀ ਹਾਂ, ਮੈਨੂੰ ਯਾਦ ਆ ਰਹੀ ਹੈ ਆਪਣੇ ਪਤੀ ਦੀ, ਤੇ ਮੈਂ ਉਸ ਕੈਰੈਕਟਰ 'ਚ ਇੰਨਾ ਜ਼ਿਆਦਾ ਖੁੱਭ ਚੁੱਕੀ ਸੀਗੀ ਕਿ ਜਦੋਂ ਲਾਈਟ ਚਲੀ ਗਈ ਤਾਂ ਜਿੰਨੇ ਵੀ ਸਾਡੇ ਕਹਿ ਲਓ ਫਲੋਰ ਮੈਨੇਜਰ, ਸਾਡੇ ਕੈਮਰੇ ਵਾਲੇ, ਸਾਡੇ ਡਾਇਰੈਕਟਰ, ਹੋਰ ਬਾਕੀ ਦੇ, ਉਹ ਸਾਰੇ ਆਪਣੀਆਂ ਆਪਣੀਆਂ ਗੱਲਾਂ ਕਰਨ ਲੱਗ ਗਏ। ਕੋਈ ਚੁਟਕਲਾ ਸੁਣਾ ਰਿਹਾ, ਕੋਈ ਕੁਛ ਸੁਣਾ ਰਿਹਾ। ਐਂਡ ਯੂ ਵੋਂਟ ਬਿਲੀਵ ਕਿ 1 ਘੰਟੇ ਤੋਂ ਵੀ ਜ਼ਿਆਦਾ ਮੈਂ ਅੱਖਾਂ ਵਿੱਚ ਆਂਸੂ ਲਏ ਹੋਏ ਮੈਂ ਉੱਦਾਂ ਹੀ ਲੇਟੀ ਰਹੀ, ਇੱਦਾਂ ਮਤਲਬ ਸਰਾਣੇ ਦੇ ਪਿੱਛੇ ਸਿਰ ਰੱਖ ਕੇ। ਵਜ੍ਹਾ ਇਹ ਕਿ ਮੈਂ ਉਸ ਪਾਤਰ 'ਚੋਂ ਬਾਹਰ ਨਹੀਂ ਸੀ ਨਿਕਲਣਾ ਚਾਹੁੰਦੀ। ਮੈਂ ਬਾਹਰ ਨਹੀਂ ਸੀ ਨਿਕਲਣਾ ਚਾਹੁੰਦੀ। ਤੇ ਤੁਹਾਨੂੰ ਇਹ ਵੀ ਸੁਣ ਕੇ ਸ਼ਾਇਦ ਹੈਰਾਨੀ ਹੋਊਗੀ ਕਿ ਮੈਂ ਬੜੇ ਭਾਵੁਕ ਰੋਲ ਕੀਤੇ ਨੇ, ਪਰ ਮੈਂ ਜ਼ਿੰਦਗੀ 'ਚ ਕਦੇ ਗਲੈਸਰੀਨ ਦਾ ਯੂਜ਼ ਨਹੀਂ ਕੀਤਾ। ਮੇਰੇ ਹਮੇਸ਼ਾ ਅਸਲੀ ਆਂਸੂ ਆਉਂਦੇ ਨੇ। ਇੱਕ ਵਾਰੀ ਇੱਕ ਅਖਬਾਰ ਨੇ ਮੇਰੀ ਇੰਟਰਵਿਊ ਛਾਪੀ, ਬੜੇ ਅਖਬਾਰਾਂ 'ਚ ਮੇਰੀਆਂ ਬਹੁਤ ਇੰਟਰਵਿਊਜ਼ ਛਪੀਆਂ ਨੇ, ਤੇ ਉਹਨੇ ਨਾ ਟਾਈਟਲ ਹੀ ਇਹ ਲਗਾਇਆ ਸੀਗਾ ਕਿ ਮੁਝੇ ਆंसुओं के लिए कभी भी ग्लिसरीन की ज़रूरत नहीं होती। ਹੁਣ ਹੁੰਦਾ ਕੀ ਹੈ, ਜਦੋਂ ਤੁਹਾਡੇ ਅਸਲੀ ਆਂਸੂ ਆਉਂਦੇ ਨੇ ਨਾ, ਫਿਰ ਤੁਹਾਡੇ ਸਿਰਫ ਅੱਖਾਂ 'ਚ ਹੀ ਆਂਸੂ ਨਹੀਂ ਆਉਂਦੇ, ਉਹ ਤੁਹਾਡਾ ਪੂਰਾ ਸਿਸਟਮ, ਨੱਕ, ਗਲਾ, ਸਭ ਦੇ ਵਿੱਚੋਂ ਸਿਸਟਮ ਚਾਲੂ ਹੋ ਜਾਂਦਾ ਹੈਗਾ, ਹੈ ਨਾ। ਤੇ ਉਹ ਫੀਲ ਆਉਂਦਾ ਪੂਰਾ ਤੁਹਾਡੇ ਫੇਸ ਦੇ ਉੱਤੇ। ਅੱਛਾ, ਹੁਣ ਇਹ ਤਾਂ ਸੀਗਾ ਇੱਦਾਂ ਮਤਲਬ ਇੱਕ ਸੈਂਟੀਮੈਂਟਸ ਦੇ ਨਾਲ ਭਰਿਆ ਹੋਇਆ। ਇੱਦਾਂ ਹੀ ਇੱਕ ਮੇਰੀ ਫਿਲਮ ਸੀਗੀ, ਪੰਜਾਬੀ ਫਿਲਮ ਸੀ ਜ਼ੋਰਾਵਰ। ਉਹਦੇ ਵਿੱਚ ਨਾ ਅਸੀਂ ਰਿਹਰਸਲ ਦੇ ਦੌਰਾਨ ਇੱਦਾਂ ਕੀਤਾ ਕਿ ਵੀ ਅਸ਼ਵਨੀ ਭਾਰਦਵਾਜ ਇੱਕ ਬੜਾ ਅੱਛਾ ਕਲਾਕਾਰ ਹੈਗਾ, ਹਾਂ ਪੁਰਾਣੇ ਆਰਟਿਸਟ ਨੇ, ਯੈਸ, ਉਹਦਾ ਤੇ ਮੇਰਾ ਸੀਨ ਸੀਗਾ। ਤੇ ਉਹਦੇ ਵਿੱਚ ਨਾ ਉਹ ਸਾਡੇ ਮਤਲਬ ਪੰਜਾਬੀ 'ਚ ਜਿਹਨੂੰ ਕਹਿੰਦੇ ਨੇ ਸ਼ਰੀਕਾਂ ਦਾ ਮੁੰਡਾ ਹੁੰਦਾ, ਸ਼ਰੀਕ ਨੇ। ਉਹ ਨਾ ਸਾਡਾ ਟਰੈਕਟਰ ਚੋਰੀ ਕਰਨ ਆ ਜਾਂਦਾ ਰਾਤ ਨੂੰ। ਫਿਰ ਇੱਦਾਂ ਹੈਗਾ ਕਿ ਫਿਰ ਨਾ ਮੈਂ ਉਹਦੇ ਥੱਪੜ ਮਾਰਦੀ ਹਾਂ, ਅਤੇ ਫਿਰ ਉਹਨੇ ਮੈਨੂੰ ਧੱਕਾ ਦੇਣਾ ਹੁੰਦਾ ਅਤੇ ਮੈਂ ਜਾ ਕੇ ਕੰਧ ਵਿੱਚ ਵੱਜਣਿਆ ਹੁੰਦਾ। ਅੱਛਾ, ਰਿਹਰਸਲ ਵਿੱਚ ਤਾਂ ਅਸੀਂ ਠੀਕ ਠਾਕ ਕਰਦੇ ਰਹੇ। ਜਦੋਂ ਇਹ ਟੇਕ ਸ਼ੁਰੂ ਹੋਇਆ, ਕੈਮਰਾ ਔਨ, ਮੈਨੂੰ ਪਤਾ ਹੀ ਨਹੀਂ ਲੱਗਿਆ, ਮੈਂ ਇੰਨੀ ਜ਼ੋਰ ਦੀ ਥੱਪੜ ਮਾਰਿਆ ਨਾ ਵੀ ਉਹਦੇ ਉਂਗਲਾਂ ਛਪ ਗਈਆਂ ਹੋਣੀਆਂ ਨੇ। ਪਰ ਜਿਹੜਾ ਫਿਰ ਉਹਨੇ ਮੈਨੂੰ ਧੱਕਾ ਦਿੱਤਾ, ਓਏ ਹੋਏ, ਮੈਂ ਠਾ ਦੇ ਕੇ ਜਾ ਕੇ ਨਾ ਕੰਧ 'ਚ ਵੱਜੀ। ਵੀ ਉਹ ਸੀਨ ਤਾਂ ਹੋਇਆ ਬੜਾ ਜ਼ਬਰਦਸਤ, ਪਰ ਬਾਅਦ 'ਚ ਅਸੀਂ ਇੱਕ ਦੂਜੇ ਨੂੰ ਸੌਰੀ ਕਹੀਏ। ਉਹ ਕਹੇ ਤੁਸੀਂ ਮੇਰੇ ਜ਼ਿਆਦਾ ਜ਼ੋਰ ਦੀ ਮਾਰਿਆ, ਮੈਂ ਕਹਾਂ ਨਹੀਂ ਤੂੰ ਮੈਨੂੰ ਜ਼ਿਆਦਾ ਜ਼ੋਰ ਦੀ ਧੱਕਾ ਦਿੱਤਾ। ਮਤਲਬ ਪਤਾ ਕੀ ਹੁੰਦਾ, ਕਲਾਕਾਰ ਦੀ ਜ਼ਿੰਦਗੀ ਵਿੱਚ ਤਾਂ ਇੱਦਾਂ ਦੇ ਹਾਦਸੇ ਵੀ ਹੁੰਦੇ ਰਹਿੰਦੇ ਨੇ, ਗੱਲਾਂ ਵੀ ਹੁੰਦੀਆਂ ਰਹਿੰਦੀਆਂ ਨੇ, ਅਤੇ ਹਰ ਪਲੇ ਦੇ ਪਿੱਛੇ ਕੋਈ ਨਾ ਕੋਈ ਕਹਾਣੀ ਹੁੰਦੀ ਹੈ। ਬਿਨਾਂ ਜੇ ਕਹਾਣੀ ਨਾ ਹੋਵੇ ਪਲੇ ਦੇ ਪਿੱਛੇ, ਫਿਰ ਉਹ ਨਾਟਕ ਕਾਹਦਾ, ਹੈ ਨਾ ਜੀ। ਮੈਮ ਕਦੀ ਇਸ ਤਰ੍ਹਾਂ ਹੋਇਆ ਕਿ ਜਿੱਦਾਂ ਹੁਣ ਤੁਸੀਂ ਬਹੁਤ ਫੇਮਸ ਹੋ ਗਏ ਸੀ ਜਲੰਧਰ ਦੂਰਦਰਸ਼ਨ ਤੇ, ਤਾਂ ਤੁਹਾਡੇ ਜਿਹੜੇ ਸਟੂਡੈਂਟ ਆ ਤੁਹਾਨੂੰ ਕਦੀ ਲਾਈਟਲੀ ਲਿਆ, ਚਲੋ ਛੱਡੋ ਮੈਮ ਨੇ ਕੀ ਕਹਿਣਾ ਹੈ? ਨਹੀਂ, ਇੰਨਾ ਕੁ ਫਰਕ ਜ਼ਰੂਰ ਪਿਆ ਕਿ ਜਦੋਂ ਮੈਂ ਫਸਟ ਪਲੇ ਕੀਤਾ 83 ਵਿੱਚ, ਉਹਨਾਂ ਦਿਨਾਂ ਵਿੱਚ ਇਕੱਲਾ ਦੂਰਦਰਸ਼ਨ ਹੀ ਹੁੰਦਾ ਸੀ, ਕੋਈ ਸੈਟੇਲਾਈਟ ਚੈਨਲ ਨਹੀਂ ਸੀ ਹੁੰਦੇ, ਅਤੇ ਲੋਕੀ ਸਿਰਫ ਦੂਰਦਰਸ਼ਨ ਹੀ ਦੇਖਦੇ ਸੀਗੇ, ਹੈ ਨਾ। ਅਤੇ ਰਾਤ ਨੂੰ ਮੇਰਾ ਪਲੇ ਚੱਲਣਾ,
ਤੇ ਅਗਲੇ ਦਿਨ ਮੁੰਡਿਆਂ ਨੇ ਬਲੈਕ ਬੋਰਡ ਤੇ ਉਸ ਕੈਰੈਕਟਰ ਦਾ ਨਾਮ ਲਿਖ ਦੇਣਾ ਮੋਟਾ ਮੋਟਾ, ਤਾਂ ਕਿ ਜਦੋਂ ਮੈਂ ਕਲਾਸ 'ਚ ਜਾਵਾਂ ਮੈਨੂੰ ਪਤਾ ਲੱਗ ਜਾਵੇ ਵੀ ਇਹਨਾਂ ਨੇ ਡਰਾਮਾ ਦੇਖਿਆ ਸੀਗਾ। ਹੁਣ ਤਾਂ ਚੈਨਲਸ ਹੀ ਇੰਨੇ ਹੋ ਗਏ, ਇੰਨਾ ਕੁਛ। ਮੈਨੂੰ ਲੱਗਦਾ ਹੁਣ ਅਸੀਂ ਨਾ ਦੇਖਦੇ ਘੱਟ ਆ, ਰਿਮੋਟ ਫੜ ਕੇ ਏਦਾਂ ਇੱਧਰ ਐਡ ਆਈ, ਉਧਰ ਐਡ ਆਈ, ਉਧਰ ਏਦਾਂ ਹੀ ਕਰੀ ਜਾਂਦੇ ਆ। ਉਦੋਂ ਟਿਕ ਕੇ ਬੈਠ ਕੇ ਦੇਖਦੇ ਸੀਗੇ। ਦੇਖੋ ਵੀ ਉਹ ਜਿਹੜਾ ਮਾਹੌਲ ਸੀਗਾ ਉਹਦਾ ਅਸਰ ਸਾਡੀ ਨਾਰਮਲ ਰੂਟੀਨ ਤੇ ਵੀ ਸੀ, ਤੇ ਆ ਜਿਹੜਾ ਮਾਹੌਲ ਹੈ ਇਹਦਾ ਅਸਰ ਵੀ ਸਾਡੀ ਜ਼ਿੰਦਗੀ ਤੇ ਪਿਆ। ਜਿੱਦਾਂ ਪਹਿਲਾਂ ਸਬਰ ਹੁੰਦਾ ਸੀ ਲੋਕਾਂ 'ਚ, ਹੁਣ ਕਾਹਲੀ ਹੈ ਹਰ ਚੀਜ਼ ਨੂੰ ਫਟਾਫਟ ਨਗਾ ਕੇ ਦੇਖਣ ਦੀ, ਸਕਰੋਲ ਕਰਨ ਦੀ, ਤੇ ਉਹੀ ਚੀਜ਼ ਜਿਹੜੀ ਸਾਡੇ ਅੰਦਰ ਵੀ ਆ ਰਹੀ, ਹਰ ਇੱਕ ਚੀਜ਼ ਨੂੰ ਲੈ ਕੇ ਅਸੀਂ ਭੱਜ ਰਹੇ ਹਾਂ। ਪੂਜਾ, ਮੈਨੂੰ ਇਹ ਦੱਸਦੇ ਹੋਏ ਬੜਾ ਬੁਰਾ ਲੱਗਦਾ ਹੈਗਾ ਕਿ ਜਦੋਂ ਤੱਕ ਦੂਰਦਰਸ਼ਨ ਤੇ ਨਾਟਕ ਚੱਲਦੇ ਸੀਗੇ ਤਾਂ ਨਾਟਕ ਕੁਝ ਸਿਖਾ ਕੇ ਜਾਂਦੇ ਸੀਗੇ, ਹਨਾ। ਐਂਟਰਟੇਨਮੈਂਟ ਵੀ ਸੀਗੀ, ਨਾਲ ਗਿਆਨ ਵੀ ਸੀ ਤੇ ਸਿੱਖਿਆ ਵੀ ਸੀ। ਹੁਣ ਕਈ ਮੈਂ ਤਾਂ ਦੇਖਦੀ ਨਹੀਂ ਹੈਗੀ, ਟੂ ਬੀ ਵੈਰੀ ਓਨੈਸਟ। ਪਰ ਜੇ ਮੰਨ ਲਓ ਕਿਸੇ ਦੇ ਘਰ ਗਏ, ਉੱਥੇ ਟੀਵੀ ਚੱਲ ਰਿਹਾ, ਮੈਂ ਦੇਖ, ਉੱਥੇ ਮੈਨੂੰ ਲੱਗ ਰਿਹਾ ਕਿ ਕੁਛ ਅਸੀਂ ਸਿਖਾ ਨਹੀਂ ਰਹੇ। ਅਸੀਂ ਛੜਯੰਤਰ ਕਰਨੇ ਸਿਖਾ ਰਹੇ ਹਾਂ, ਅਸੀਂ ਕੁਛ ਸੱਸ ਨੂੰਹ ਦੀ ਲੜਾਈ ਸਿਖਾਈ ਜਾ ਰਹੇ ਹਾਂ। ਉਹ ਜ਼ਮਾਨਾ ਵਧੀਆ ਸੀਗਾ। ਇਹ ਜ਼ਮਾਨਾ ਹੁਣ ਇਹ ਹੈ ਵੀ ਹੁਣ ਪੀੜ੍ਹੀਆਂ ਵੀ ਤਾਂ ਇੰਨੀਆਂ ਬਦਲ ਗਈਆਂ। ਹੁਣ ਮੇਰੇ ਤੋਂ ਬਾਅਦ ਅੱਗੇ ਵੀ 4 ਪੀੜ੍ਹੀਆਂ ਆ ਗਈਆਂ, ਉਹਨਾਂ ਨੂੰ ਇਹ ਅੱਛਾ ਲੱਗਦਾ ਹੋਊਗਾ, ਸਾਨੂੰ ਉਹ ਅੱਛਾ ਲੱਗਦਾ। ਇਹ ਤਾਂ ਹੁਣ ਕਹਿ ਲਓ ਆਪਣੀ ਆਪਣੀ ਟਾਈਮ, ਹਾਂ, ਪਸੰਦ ਹੈ। ਇੱਕ ਮੈਨੂੰ ਯਾਦ ਹੈ ਸਾਡੇ ਵੇਲੇ ਨਾ, ਇਹ 80s ਦੀ ਗੱਲ ਹੈਗੀ, ਇੱਕ ਵਾਰੀ ਨਾ ਪੈਟਰੋਲ ਦਾ ਬੜਾ ਸੰਕਟ ਆਇਆ ਸੀਗਾ ਇਰਾਕ ਦੇ ਵਿੱਚ, ਉਹ ਵਾਰ ਵੇਲੇ। ਤੇ ਇੱਕ ਨਾ ਦੂਰਦਰਸ਼ਨ ਨੇ ਇੱਕ ਕੁਇਕੀ ਬਣਾਈ ਸੀਗੀ, ਉਹ ਸਿਖਾਉਣਾ ਇਹ ਸੀਗਾ ਵੀ ਤੁਸੀਂ ਆਪਣੀ ਨਾ ਪੈਟਰੋਲ ਦੀ ਵਰਤੋਂ ਘੱਟ ਕਰੋ। ਵੀ ਇੱਕ ਬੰਦਾ ਬਾਹਰੋਂ ਆਇਆ ਹੈਗਾ, ਬਾਹਰੋਂ ਆਇਆ ਤੇ ਉਹਦੀ ਛੋਟੀ ਜਿਹੀ ਬੱਚੀ ਹੈ 1.5 ਸਾਲ ਦੀ, ਉਹਨੂੰ ਸਕੂਟਰ ਤੇ ਬਿਠਾ ਕੇ ਫਾਲਤੂ ਦੇ ਵਿਹੜੇ 'ਚ ਗੋਲ ਗੋਲ ਚੱਕਰ ਕੱਟੀ ਜਾਂਦਾ। ਮੇਰਾ ਭੋਲੂ, ਆਹਾ ਹਾ ਮੇਰਾ ਭੋਲੂ, ਕੱਟੀ ਜਾਂਦਾ ਇਹਦਾ ਚੱਕਰ। ਫਿਰ ਵਿੱਚੋਂ ਆਵਾਜ਼ ਆਉਂਦੀ ਸੀ, ਜ਼ਰਾ ਸੋਚੋ ਇੰਨਾ ਪੈਟਰੋਲ ਵੇਸਟ ਕਰ ਰਹੇ ਹੋ। ਤੇ ਉਹ ਨਾ ਕਿਉਂਕਿ ਕੁਇਕੀ ਸੀਗੀ, ਉਹ ਦਿਨ 'ਚ ਕਈ ਵਾਰੀ ਚੱਲਦੀ ਸੀਗੀ, ਕਿਉਂਕਿ ਉਹਦਾ ਮਕਸਦ ਸੀਗਾ ਵੀ ਲੋਕਾਂ ਨੂੰ ਜਾਗਰੂਕ ਕਰਨਾ ਹੈਗਾ। ਤੇ ਨਾ ਮੁੰਡਿਆਂ ਨੇ ਉਹਨਾਂ ਦਿਨਾਂ ਵਿੱਚ, ਮੈਂ ਸਕੂਟਰ ਤੇ ਜਾਂਦੀ ਹੁੰਦੀ ਸੀ ਕਾਲਜ, ਤਾਂ ਉਹ ਮੇਰੀ ਸਟਿਪਨੀ ਦੇ ਪਿੱਛੇ ਜਿਹੜਾ ਕਵਰ ਚੜਿਆ ਸੀ ਨਾ, ਉਹਦੇ ਤੇ ਲਿਖਤਾ ਮੇਰਾ ਭੋਲੂ, ਮੇਰਾ ਭੋਲੂ। ਉਹ ਮੈਨੂੰ ਨਾ ਸਾਈਕਲ ਸਟੈਂਡ ਵਾਲੇ ਭਾਜੀ ਨੂੰ ਕਹਿਣਾ ਪਿਆ, ਮੈਂ ਕਿਹਾ ਭਾਜੀ ਕੋਈ ਗਿੱਲਾ ਕੱਪੜਾ ਚੰਗੀ ਤਰ੍ਹਾਂ ਕਰਕੇ ਲਿਆਓ, ਇਹਦੇ ਤੇ ਚੰਗੀ ਤਰ੍ਹਾਂ ਇਹਨੂੰ ਰਗੜ ਕੇ ਸਾਫ਼ ਕਰੋ, ਨਹੀਂ ਤਾਂ ਮੈਨੂੰ ਸੜਕ ਤੇ ਤੁਰੀ ਜਾਂਦੀ ਨੂੰ ਜੇ ਕਿਸੇ ਨੇ ਬੜੇ ਅਜੀਬ ਕਿਸਮ ਦੇ ਜਿਹੜੇ ਨੇ ਤਜਰਬੇ ਹੋਏ ਨੇ ਲਾਈਫ ਦੇ ਵਿੱਚ। ਮੈਂ ਉਹੀ ਸੋਚ ਰਹੀ ਸੀ ਵੀ 40 ਸਾਲ ਨੇ ਤੇ 40 ਮਿੰਟ ਨੇ, ਹੁਣ ਸਾਡੇ ਕੋਲ 40 ਮਿੰਟ ਦੇ ਵਿੱਚ ਅਸੀਂ 40 ਸਾਲਾਂ ਦੀਆਂ ਗੱਲਾਂ ਤਾਂ ਮੈਨੂੰ ਲੱਗਦਾ ਅਸੀਂ ਨਹੀਂ ਕਰ ਪਾਵਾਂਗੇ, ਕਿਉਂਕਿ ਬਹੁਤ ਸਾਰੀਆਂ ਗੱਲਾਂ ਨੇ ਔਰ ਇੰਨੇ ਕਿਸੇ ਨੇ, ਤੇ ਸੁਣਨ ਬੈਠੋ ਤਾਂ ਪ੍ਰੋਗਰਾਮ ਤਾਂ ਖਤਮ ਹੋ ਜਾਣਾ। ਸੋ ਹੁਣ ਵੇਲਾ ਵੀ ਮੈਮ ਸਾਡੇ ਕੋਲ ਥੋੜਾ ਹੀ ਹੈ, ਤੇ ਇਸ ਕਰਕੇ ਗੱਲਾਂ ਬਾਤਾਂ ਦਾ ਸਿਲਸਿਲਾ ਜਿਹੜਾ ਇੱਥੇ ਖਤਮ ਕਰਨਾ ਪਏਗਾ। ਪਰ ਹਾਂ, ਇਹ ਹੈ ਕਿ ਸਾਨੂੰ ਅੱਜ ਸੱਚੀ ਬਹੁਤ ਚੰਗਾ ਲੱਗਿਆ, ਕਿਉਂਕਿ ਜਿਨ੍ਹਾਂ ਨੂੰ ਅਸੀਂ ਵੇਲਾ ਖਤਮ ਹੋ ਗਿਆ, ਮੈਨੂੰ ਤਾਂ ਵੇਲਾ ਟਾਈਮ, ਮਤਲਬ ਮੈਨੂੰ ਤਾਂ ਲੱਗਦਾ ਹਲੇ ਗੱਲ ਸ਼ੁਰੂ ਹੀ ਹੋਈ ਸੀਗੀ। ਮੇਰੇ ਕੋਲੇ ਤਾਂ ਅੰਦਰ ਆਪਣੇ ਤਜਰਬਿਆਂ ਦਾ ਕੀ ਕਹਿ ਲੋ ਇੱਕ ਭਰਿਆ ਪਿਆ ਹੈਗਾ ਖਜ਼ਾਨਾ, ਹੈ ਨਾ। ਤੇ ਬੜਾ ਕੁਛ, ਹੁਣ ਜਿੱਦਾਂ ਤਿਵਾਰੀ ਸਾਹਿਬ ਸੀਗੇ, ਜਦੋਂ ਮੈਂ ਯਾਦ ਕਰਦੀ ਹਾਂ, ਉਹ ਬੜੇ ਖੁਸ਼ ਹੁੰਦੇ ਸੀਗੇ ਕਿ ਮੇਰੀ ਵਾਈਫ ਪ੍ਰੋਫੈਸਰ ਹੈ, ਕਲਾਕਾਰ ਹੈ। ਇੱਕ ਚੀਜ਼ ਮੈਨੂੰ ਕਹਿੰਦੇ ਹੁੰਦੇ ਸੀਗੇ, ਤੂੰ ਨਾ ਕੋਈ ਸਿੰਗਰ ਵਿੱਚ ਐਲਬਮ ਕੱਢ ਕੇ ਦਿਖਾ। ਮੈਨੂੰ ਇਹ ਦੁੱਖ ਹੈ ਕਿ ਉਹ ਮੈਨੂੰ ਐਜ਼ ਸਿੰਗਰ ਵੀ ਦੇਖਣਾ ਚਾਹੁੰਦੇ ਸੀ, ਜਿਹੜੀ ਮੈਂ ਉਹਨਾਂ ਦੀ ਇੱਛਾ ਪੂਰੀ ਨਹੀਂ ਕਰ ਸਕੀ। ਪਰ ਮੈਨੂੰ ਲੱਗਦਾ ਕਿ ਮੈਂ ਜ਼ਿੰਦਗੀ 'ਚ ਇੰਨਾ ਕੰਮ ਕੀਤਾ ਹੈ, ਤੇ ਮੈਂ ਰੱਬ ਦੀ ਧੰਨਵਾਦੀ ਹਾਂ ਕਿ ਰੱਬਾ ਤੂੰ ਮੈਨੂੰ ਬਹੁਤ ਚੰਗੀ ਜ਼ਿੰਦਗੀ ਦਿੱਤੀ, ਤੇ ਅਗਲਾ ਜਨਮ ਵੀ ਜੇ ਹੋਇਆ ਨਾ ਤਾਂ ਪੰਜਾਬ 'ਚ ਹੀ ਭੇਜੀ, ਕਿਉਂਕਿ ਮੈਨੂੰ ਪੰਜਾਬ ਬਹੁਤ ਚੰਗਾ ਲੱਗਦਾ। ਮੈਂ ਬੜੀਆਂ ਥਾਵਾਂ ਦੇਖੀਆਂ ਨੇ, ਬੜੇ ਦੂਰ ਦੂਰ ਤੱਕ ਮੈਂ ਬਹੁਤ ਘੁੰਮੀ ਆ, ਪਰ ਜੋ ਪੰਜਾਬ ਦਾ ਸਾਡਾ ਸੱਭਿਆਚਾਰ, ਸਾਡਾ ਖਾਣਾ ਪੀਣਾ, ਸਾਡਾ ਪਹਿਰਾਵਾ, ਜੋ ਗੱਲ ਪੰਜਾਬ 'ਚ ਹੈ ਨਾ, ਉਹ ਕਿਤੇ ਨਹੀਂ। ਜਿਵੇਂ ਫੁੱਲਾਂ ਵਿੱਚੋਂ ਫੁੱਲ ਗੁਲਾਬ ਨਹੀਂ ਸਹੀਓ, ਉਵੇਂ ਦੇਸਾਂ ਵਿੱਚੋਂ ਦੇਸ ਪੰਜਾਬ ਨਹੀਂ ਸਹੀ। ਆਈ ਲਵ ਪੰਜਾਬ, ਆਈ ਲਵ ਪੰਜਾਬ। ਤੇ ਸਾਡੇ ਪ੍ਰੋਗਰਾਮ ਦਾ ਨਾਮ ਵੀ ਮੈਮ ਗੱਲ ਪੰਜਾਬ ਦੀ।
ਇਹ ਤਾਂ ਅਚਾਨਕ ਹੀ ਹੋ ਗਿਆ ਸੋ ਮੈਮ ਗੱਲਾਂ ਬਾਤਾਂ ਬਹੁਤ ਜ਼ਿਆਦਾ ਨੇ, ਪਰ ਮੈਨੂੰ ਲੱਗਦਾ ਨਹੀਂ ਕਿ ਸਾਡੇ ਕੋਲ ਸਮਾਂ ਹੋਰ ਹੈਗਾ। ਸੋ ਕੋਸ਼ਿਸ਼ ਕਰਾਂਗੇ ਕਿ ਤੁਹਾਡੇ ਨਾਲ ਫਿਰ ਤੋਂ ਇੱਕ ਵਾਰ ਮੁਲਾਕਾਤ ਕੀਤੀ ਜਾਵੇ ਤੇ ਗੱਲਾਂ ਹੋਰ ਕੀਤੀਆਂ ਜਾਣ। ਪਰ ਫਿਲਹਾਲ ਦੇ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਕਿ ਤੁਸੀਂ ਸਾਡੇ ਸਟੂਡੀਓ ਦੇ ਵਿੱਚ ਆਏ ਹੋ ਤੇ ਇੰਨਾ ਚੰਗਾ ਇੱਕ ਮਾਹੌਲ ਬਣਾਇਆ ਔਰ ਆਪਣੀ ਜ਼ਿੰਦਗੀ ਦੇ ਬਾਰੇ ਇੰਨੀਆਂ ਵਧੀਆ ਗੱਲਾਂ ਸਾਨੂੰ ਦੱਸੀਆਂ ਨੇ। ਬਹੁਤ ਅੱਛਾ ਲੱਗਿਆ, ਮੈਂ ਹੱਸੀ ਵੀ, ਮੇਰੀ ਅੱਖਾਂ ਵੀ ਭਰੀਆਂ, ਸਭ ਕੁਝ ਹੋਇਆ ਹਨਾ। ਮੈਨੂੰ ਇੱਥੇ ਸੱਦਣ ਲਈ ਤੁਹਾਡਾ ਵੀ ਬਹੁਤ ਬਹੁਤ ਧੰਨਵਾਦ। ਸ਼ੁਕਰੀਆ ਮੈਮ, ਸ਼ੁਕਰੀਆ। ਸੋ ਇਸੇ ਦੇ ਨਾਲ ਹੀ ਇਹ ਪ੍ਰੋਗਰਾਮ ਇੱਥੇ ਹੀ ਖਤਮ ਹੁੰਦਾ ਹੈ। ਅਗਲੇ ਐਪੀਸੋਡ ਦੇ ਵਿੱਚ ਇੱਕ ਵਾਰ ਫਿਰ ਤੋਂ ਮੁਲਾਕਾਤ ਹੋਵੇਗੀ ਇੱਕ ਨਵੇਂ ਚਿਹਰੇ ਦੇ ਨਾਲ। ਉਦੋਂ ਤੱਕ ਦੇ ਲਈ ਮੈਨੂੰ ਯਾਨੀ ਕਿ ਪੂਜਾ ਸੰਧੂ ਤੇ ਦਵਿੰਦਰ ਮਾਨ ਜੀ ਨੂੰ ਦਿਓ ਇਜਾਜ਼ਤ। ਸਤਿ ਸ੍ਰੀ ਅਕਾਲ। ਦੇਖਦੇ ਰਹੋ ਪੰਜਾਬੀ ਨੈਸ਼ਨਲ ਟੀਵੀ।